ਜਿਹੜੀ ਚੰਗੀ ਨਸਲ ਹੈ ਕਿੰਨਾ ਪੈਸਾ ਇੱਕ ਨਸਲ ਤੁਹਾਨੂੰ ਵਟਾ ਕੇ ਜਾਂਦੀ? ਚੰਗੀ ਨਸਲ ਦੀ ਗਾਂ ਦੀ ਬੱਚੀ ਪਾਲਦੇ ਆ ਲੱਖ ਤੋਂ 90,000 ਸਵਾ ਲੱਖ ਤਾਈਂ ਬੱਚੀ ਸੋਹਣੀ ਜਿਹੜੀ ਚੰਗੀ ਦਰਮਿਆਨੀ ਜਿਹੀ ਵਿਕ ਜਾਂਦੀ ਹੈ। ਇਹਦੇ ਉੱਪਰ ਵੀ ਹੈਗੇ ਆ ਮਤਲਬ ਆਮ 70-80,000 ਤੋਂ ਆਮ ਹੀ ਵਿਕ ਜਾਂਦੀਆਂ। ਬੈਂਕਾਂ 'ਚ ਲਿਮਟਾਂ ਬਣਾਉਣੀਆਂ ਵੀ ਸਾਨੂੰ ਕੋਈ ਲੋੜ ਨਹੀਂ। ਸਾਨੂੰ ਅੱਜ ਪੈਸੇ ਚਾਹੀਦੇ, ਸਾਡੇ ਕੋਲ 1 ਰੁਪਈਆ ਨਹੀਂ ਗਾ ਬੈਂਕ ਬੈਲੈਂਸ। ਅੱਜ ਤਾਂ ਚਾਹੀਦੇ ਸ਼ਾਮ ਨੂੰ ਮੈਂ ਮੇਰੇ ਕੋਲ 12-13 ਗਾਂ ਸੂਣ ਵਾਲੀਆਂ, ਮੈਂ ਸ਼ਾਮ ਨੂੰ 5-7 ਲੱਖ ਰੁਪਏ ਵੜ ਸਕਦਾ। ਗਾਵਾਂ ਦੀ ਚੋਣ ਕਿਵੇਂ ਕਰਦੇ ਹੋ ਕਿ ਸਾਨੂੰ ਇਹ ਵਾਲੀ ਗਾਂ ਜਿਹੜੀ ਆ ਆਪਣੇ ਇੱਥੇ ਸ਼ੈੱਡ ਦੇ ਵਿੱਚ ਲੈ ਕੇ ਆਉਣੀਆਂ ਨੇ? ਕਿਉਂਕਿ ਗਾਂ ਦਾ ਦੁੱਧ ਦਾ ਬਹੁਤ ਫਰਕ ਹੁੰਦਾ, ਹਰ ਨਸਲ ਦਾ ਫਰਕ ਹੁੰਦਾ। ਉਹ ਦੁੱਧ ਕਿੰਨੀ ਕੁਆਂਟੀਟੀ ਵਿੱਚ ਦਿੰਦੀਆਂ? ਇਹਨਾਂ ਦਾ ਦੁੱਧ ਤਕਰੀਬਨ ਐਵਰੇਜ ਚਲੋ 35 ਪਲੱਸ 40 ਦੇ ਲਾਗੇ ਛਾਗੇ ਸਾਰਾ ਤਕਰੀਬਨ ਦੇ ਦਿੰਦੀਆਂ। ਇਹ ਤੋਂ ਵੱਧ ਦੁੱਧ ਵਾਲੀ ਵੀ ਹੈਗੀਆਂ 45-50 ਲੋਕ 70 ਤੱਕ ਵੀ ਪਹੁੰਚ ਗਏ ਜ਼ਿਆਦਾ ਬਰੀਡਿੰਗ ਕਰਕੇ ਜਿਹੜੇ। ਅਤੇ ਆਮ ਐਵਰੇਜ ਜਿਹੜੀ ਹੈ ਪਹਿਲੇ ਸੂਏ ਜਿਹੜੀ ਗਾਂ 25 ਪਲੱਸ ਦੁੱਧ ਦੇ ਦਿੰਦੀ ਹੈ ਅਤੇ ਦੂਜੇ ਤੀਜੇ 35-36-40 ਕਿਲੋ ਦੁੱਧ ਦੇ ਦਿੰਦੀਆਂ। ਬਾਹਰ ਅਮਰੀਕਾ ਤੋਂ ਜਾਂ ਕੋਈ ਬਾਹਰੋਂ ਚੰਗੀ ਨਸਲ ਦੇ ਟੀਕੇ ਮੰਗਾਏ ਅਸੀਂ ਲਾਏ, ਉਹਨਾਂ ਜਿਹੜੇ ਸੀਮਨ ਮੰਗਾ ਕੇ ਅਸੀਂ ਲਾਇਆ, ਉਹਨਾਂ ਸਾਡੇ ਚੰਗੀ ਨਸਲ ਦੀ ਗਾਈਆਂ ਤਿਆਰ ਕੀਤੀਆਂ। ਅਸੀਂ ਆਪਣੇ ਮਤਲਬ ਪਸ਼ੂ ਤਿਆਰ ਕੀਤੇ। ਜਿੱਦਾਂ ਪਹਿਲਾਂ ਥੋੜ੍ਹੇ ਲੈਂਦੇ, 2008 ਤੋਂ ਬਾਅਦ ਅਸੀਂ ਕੋਈ ਪਸ਼ੂ ਨਹੀਂ ਖਰੀਦਿਆ। ਮਤਲਬ ਹਰ ਸਾਲ 20, 22, 25 ਪਸ਼ੂ ਵੇਚਦੇ ਜ਼ਰੂਰ ਹੈਗੇ ਆ। ਜਿੰਨੀਆਂ ਬੱਚੀਆਂ ਰਲ ਜਾਂਦੀਆਂ ਅਸੀਂ ਖਰੀਦਿਆ ਨਹੀਂ ਕਦੀ ਅੱਜ ਤੱਕ। ਸ਼ੁਰੂਆਤ ਕੀਤੀ ਸੀ ਤੁਸੀਂ ਡੇਅਰੀ ਫਾਰਮਿੰਗ ਦੀ, ਉਦੋਂ ਕਿੰਨੇ ਤੁਹਾਡੇ ਕੋਲ ਪਸ਼ੂ ਸਨ? 10-12 ਡੰਗਰ ਸੀਗੇ ਸਾਡੇ ਘਰ ਦੇ ਜਿਹੜੇ ਸੀ। ਉਹ ਤੋਂ ਬਾਅਦ ਅਸੀਂ ਸ਼ੈੱਡ ਸ਼ਕਤੀ ਦੇ ਅਸੀਂ ਕੁਛ ਡੰਗਰ ਬੋਲੇ 30 ਡੰਗਰ ਅਸੀਂ ਇਸ ਸ਼ੈੱਡ 'ਚ ਲੈ ਕੇ ਆਏ ਸੀ। 30 ਤੋਂ ਬਾਅਦ ਫਿਰ ਅਸੀਂ ਕੋਈ ਮੁੱਲ ਨਹੀਂ ਲਿਆ। ਕਰਦੇ ਸਭ ਤੋਂ ਵੱਲ ਤਕਰੀਬਨ 150 ਡੰਗਰ 'ਤੇ ਚੱਲ ਗਿਆ। ਜ਼ਿਆਦਾਤਰ ਕਿਸਾਨ ਗਾਵਾਂ ਨੂੰ ਹੀ ਕਿਉਂ ਚੁਣਦੇ, ਮੱਝਾਂ ਨੂੰ ਕਿਉਂ ਨਹੀਂ? ਬਹੁਤ ਘੱਟ ਕਿਸਾਨ ਨੇ ਜਿਹੜੇ ਮੱਝਾਂ ਦੀ ਚੋਣ ਕਰਦੇ। ਆਮ ਮੱਝ ਪਹਿਲਾਂ ਜਿਹੜੀ ਸੀ ਉਹ 10-12 ਕਿਲੋ ਦੁੱਧ ਵੱਧ ਨਹੀਂ ਦਿੰਦੀ ਸੀ, ਔਰ ਸਾਲ 'ਚ ਤੁਹਾਨੂੰ 6 ਮਹੀਨੇ ਮੱਝ ਉੱਦੇ ਸਾਹਮਣੇ ਪੈਂਦੀ ਸੀ ਬਿਨਾਂ ਮਤਲਬ ਦੁੱਧ ਤੋਂ। ਇਹ ਜਿਹੜੀ ਅਫਰੀਕਨ ਗਾਂ ਹੈ ਜੀ, ਇਹਨੂੰ ਤੁਸੀਂ 2 ਮਹੀਨੇ ਰੈਸਟ ਦਿੰਦੇ ਆ। ਬਹੁਤ ਮੁਸ਼ਕਿਲ ਅਸੀਂ ਇਹਨੂੰ ਦੁੱਧ ਸੁਕਾਉਂਦੇ ਆ, ਦੁੱਧ ਨਹੀਂ ਸੁਕਾਉਂਦੀ, ਬੇਸ਼ੱਕ ਉੱਦਾਂ ਹੀ ਚੋਈ ਜਾਓ, ਇਹ ਹਟਦੀ ਨਹੀਂ। ਇਹ ਇੱਕ ਨਾਲ ਬੈਨੀਫਿਟ ਹੈ, ਮਤਲਬ ਦੁੱਧ ਹੀ ਨਹੀਂ ਸੁਕਾਉਂਦੀਆਂ। ਮਤਲਬ ਸਾਨੂੰ ਸਾਰਾ ਸਾਲ ਐਨ ਦੁੱਧ ਦੇ ਜਾਂਦੇ। ਸੂਣ ਤੋਂ 2 ਮਹੀਨੇ ਪਹਿਲਾਂ ਅਸੀਂ ਬਹੁਤ ਰੈਸਟ ਦਿੰਦੇ ਵੀ ਅਗਲੇ ਸੂਏ ਚੰਗਾ ਦੁੱਧ ਦੇਵੇ। ਬਹੁਤ ਟੀਕੇ ਲਾ ਕੇ ਸੁਕਾਉਂਦੀਆਂ ਨਹੀਂ। ਅਤੇ ਮੱਝ ਤੁਹਾਨੂੰ ਸੂਣ ਤੋਂ ਬਾਅਦ 4-5 ਮਹੀਨੇ ਦੁੱਧ ਦੇ ਕੇ ਛੁੱਟੀ ਕਰ ਜਾਂਦੀ ਹੈ, ਅਤੇ ਤਾਂ ਲੋਕ ਮਤਲਬ ਮੱਝ ਨਹੀਂ ਰੱਖਦੇ ਉਹਦੇ ਜਿੱਦਾਂ। ਅੱਗੇ ਪਹਿਲਾਂ ਖਿੰਦਾ ਧਾਰਾ ਕੱਢਣ ਲੱਗਿਆ, ਡੰਗਰ ਚੋਣ ਲੱਗਿਆ, ਬੜੀ ਮਿਹਨਤ ਕਰਨੀ ਪੈਂਦੀ। ਸੁਆਣੀਆਂ ਸਵੇਰੇ ਉੱਠਦੀਆਂ ਸੀ, ਨਾਲ ਪੁਰਸ਼ ਉੱਠਿਆ ਕਰਦੇ ਸੀ ਔਰ ਉਹਨਾਂ ਵੱਲੋਂ ਦੁੱਧ ਕੱਢਿਆ ਜਾਂਦਾ ਸੀਗਾ। ਹੁਣ ਪਾਈਪਾਂ ਆ ਗਈਆਂ, ਨਵੀਂ ਤਕਨੀਕੀ ਯੁੱਗ ਆ ਗਿਆ, ਮਸ਼ੀਨਾਂ ਦੇ ਰਾਹੀਂ ਮੋਟਰ ਬਸ ਥਾਣਾ 'ਤੇ ਲੱਗ ਜਾਂਦੀ ਹੈ, ਉਹ ਤੁਹਾਡੇ ਦੁੱਧ ਦੀ ਇੱਕ ਡਰਮ ਭਰ ਦਿੰਦੀ। ਵੀ ਤਾਂ ਮੰਨ ਲਓ ਜੇ ਆਪਾਂ ਹੱਥਾਂ ਨੂੰ ਚੋਣੇ, ਹੁਣ ਜੇ ਅਸੀਂ ਮਤਲਬ 50 ਡੰਗਰ ਚੋਣੇ ਆ ਤਾਂ ਸਾਨੂੰ 4-5 ਬੰਦੇ ਸਵੇਰ ਨੂੰ ਚੁਆਈ ਲਈ ਚਾਹੀਦੇ। ਹੁਣ ਸਾਡੇ 2 ਬੰਦੇ ਹੁੰਦੇ ਆ, ਉਹ ਘੰਟੇ ਚੋ ਕੇ ਹਟ ਜਾਂਦੇ ਆ। ਮਤਲਬ ਲੇਬਰ ਦੀ ਸਮੱਸਿਆ ਕਰਕੇ ਲੇਬਰ ਦਾ ਮਤਲਬ ਬਹੁਤ ਜ਼ਿਆਦਾ ਸਾਨੂੰ ਫਾਇਦਾ ਹੁੰਦਾ, ਤਾਂ ਕਰਕੇ ਮਤਲਬ ਚਲੋ ਮਸ਼ੀਨਾਂ ਚੋ ਜਾਂਦੀ। ਸਰਕਾਰ ਕੋਈ ਮਦਦ ਕਰਦੀ, ਕੋਈ ਸਬਸਿਡੀ ਦਿੰਦੀ ਹੈ? ਅਫਸਰਾਂ ਨਾਲ ਮੇਲ ਮਿਲਾਪ ਪਿਆ ਜਾਂ ਕੋਈ ਕਰਕੇ ਉਹ ਲੈ ਜਾਂਦਾ, ਉਹ ਗਲਤ ਵੀ ਲੈ ਜਾਂਦਾ। ਜਿਹਨੂੰ ਮਿਲਣੀ ਉਹ ਸਹੀ ਵੀ ਨਹੀਂ ਮਿਲਦੀ। ਇੰਨੇ ਜ਼ਿਆਦਾ ਆਪਾਂ ਪਸ਼ੂ ਰੱਖੇ ਹੋਏ ਨੇ, ਇੰਨੀਆਂ ਗਾਵਾਂ ਨੇ, ਇਹਨਾਂ ਦੇ ਲਈ ਨਿੱਤ ਦਿਨ ਪੱਠੇ ਵੱਢਦੇ ਹੋ ਜਾਂ ਕੋਈ ਇਹਦੇ ਲਈ ਇਹ ਚਾਰਾ ਤਿਆਰ ਕਰਕੇ ਅਲੱਗ ਤੋਂ ਰੱਖਿਆ ਹੋ? ਮੱਕੀ ਅਸੀਂ 50 ਕਿੱਲੇ ਦਾ ਚਾਰ ਸਾਈਲੇਜ ਪਾ ਲੈਣਾ ਦਾ। ਸਾਈਲੇਜ ਬਣਾਉਣ ਨੂੰ ਸਾਨੂੰ 50 ਕਿੱਲੇ 12-15 ਦਿਨ ਲੱਗਦੇ ਮਸੀਂ। ਅਤੇ ਉਹ ਸਾਰਾ ਸਾਲ ਫਿਰ ਮਤਲਬ ਜਿਹੜਾ ਸਾਈਲੇਜ ਇੱਕ ਪੈਕਟ ਬੰਦ ਕਰਕੇ 1.5 ਮਹੀਨੇ ਬਾਅਦ ਉਹਨੂੰ ਅਸੀਂ ਪਸ਼ੂਆਂ ਖਿਲਾਉਣ ਲੱਗ ਪੈਣਾ। ਤਾਂ ਤਕਰੀਬਨ 50 ਕਿੱਲਿਆਂ ਦਾ ਸਾਡਾ 100 ਡੰਗਰ ਦਾ ਸਾਰਾ ਸਾਲ ਬਹੁਤ ਵਧੀਆ, ਮਤਲਬ ਸਾਨੂੰ ਕਦੀ ਵੀ ਹਰਾ ਪੁੱਠਾ ਬੀਜਣ ਦੀ ਲੋੜ ਨਹੀਂ ਪੈਂਦੀ। ਪਸ਼ੂਆਂ ਦੇ ਮੇਲੇ ਕਰਵਾਏ ਜਾਂਦੇ ਨੇ ਤਾਂ ਉਹਨਾਂ ਦੇ ਵਿੱਚ ਤੁਹਾਡੇ ਅਵਾਰਡ ਹਿੱਸੇ ਆਏ? ਤੁਹਾਡੇ ਦੇ ਮੇਲੇ ਨਕੋਦਰ ਕਈ ਹੋਏ ਆ, ਜਡਿਆਲੇ ਹੋਏ ਆ, ਅਸੀਂ ਇਹਨਾਂ ਜਾਂਦੇ ਰਹੇ ਹਾਂ। ਸਾਡੇ ਉੱਥੇ ਦੁੱਧ ਦੇ ਵਿੱਚ ਵੀ ਸਾਡਾ ਪੋਜੀਸ਼ਨ ਸਾਨੂੰ ਮਿਲਦੀ ਰਹੀ ਆ, ਦੁੱਧ ਚੁਆਈ ਦੇ ਵਿੱਚ ਵੀ, ਬਰੀਡ ਵਿੱਚ ਵੀ ਮਿਲਦੀ ਰਹੀ ਆ ਸਾਨੂੰ। ਮਤਲਬ ਅਸੀਂ ਤਕਰੀਬਨ ਕਈ ਬੱਚੇ ਸਾਨੂੰ ਸਰਟੀਫਿਕੇਟ ਜਾਂ ਨਗਦ ਨਾਮ ਮਿਲਦੇ ਰਹੇ। ਬੇਸ਼ੱਕ ਸਾਡੀ ਲੇਬਰ ਕੰਮ ਕਰਦੀ ਹੈ, ਪਰ ਤੁਹਾਨੂੰ ਇੱਥੇ ਆਪ ਜ਼ਰੂਰ ਇਨਵੋਲਵ ਰਹਿਣਾ ਪੈਣਾ, ਕਿਉਂਕਿ ਤੁਸੀਂ ਕੋਈ ਗਾਂ ਬਿਮਾਰ ਆ, ਕਿਸੇ ਦਾ ਮਤਲਬ ਕੋਈ ਸੁਸਤ ਆ ਜਾਂ ਕੋਈ, ਤਾਂ ਉਹਨਾਂ ਨੂੰ ਸਿਰਫ ਤੁਹਾਨੂੰ ਪੱਠੇ ਪਾ ਜਾਣੇ, ਸਫਾਈ ਕਰਨੀ, ਦੁੱਧ ਚੋ ਜਾਣਾ, ਹੋਰ ਕੁਛ ਨਹੀਂ ਕਰਨਾ ਉਹਨਾਂ ਨੇ। ਇਹ ਬਾਕੀ ਸਭ ਤੁਹਾਨੂੰ ਮੈਨੇਜਮੈਂਟ ਆਪ ਕਰਨੀ ਪੈਣੀ ਹੈ। ਤੁਸੀਂ ਕੀ ਕਰਦੇ ਹੋ, ਜੇ ਤੁਸੀਂ ਦੇਖਦੇ ਆ ਤਾਂ ਠੀਕ ਆ, ਨਹੀਂ ਤਾਂ ਫਿਰ ਮਤਲਬ
ਜਿੱਦਾਂ ਅਸੀਂ ਹੁਣ ਮੈਂ ਚਲ ਗਿਆ ਤਾਂ ਮੇਰੀ ਵਾਈਫ ਦੇਖਦੀ ਆ, ਜਾਂ ਮੇਰਾ ਲੜਕਾ ਆ ਚਲੋ ਇੱਥੇ, ਉਹ ਪਹਿਲਾਂ ਬਾਹਰ ਗਿਆ ਸੀ ਹੁਣ ਆ ਗਿਆ ਇੱਥੇ, ਉਹ ਦੇਖਦਾ ਹੈ। ਅਸੀਂ ਮਤਲਬ ਸਾਰਾ ਟੱਬਰ, ਸਾਰੇ ਪਰਿਵਾਰ ਦੇ ਮੈਂਬਰ ਰਲ ਕੇ ਕਰਦੇ। ਤੁਸੀਂ ਡੇਅਰੀ ਫਾਰਮਿੰਗ ਕਿੰਨੇ ਸਮੇਂ ਤੋਂ ਕਰ ਰਹੇ ਹੋ, ਔਰ ਜਿਹੜੇ ਕਿ ਕਿਸਾਨ ਕਰਨਾ ਚਾਹੁੰਦੇ ਨੇ ਤੇ ਕਿੰਨਾ ਕੁ ਮੁਨਾਫਾ ਇਹਦੇ ਵਿੱਚ? 2006 ਤੋਂ ਅਸੀਂ ਥੋੜਾ ਵੱਡੇ ਲੈਵਲ ਤੇ ਸ਼ੁਰੂ ਕੀਤਾ। 100 ਡੰਗਰ ਹੈਗਾ ਜੀ, ਪਹਿਲਾਂ ਜ਼ਿਆਦਾ ਸੀ, ਫਿਰ ਥੋੜੇ ਘਟਾਤੇ। ਸਾਨੂੰ ਲਿਮਿਟ ਬਣਾਉਣ ਦੀ ਬਾਈ ਲੋੜ ਨਹੀਂ ਪਈ, ਕਿਉਂਕਿ ਇੱਕ ਤਾਂ ਡੇਲੀ ਸਾਡਾ ਦੁੱਧ ਹੈਗਾ। ਜੇ ਸਾਨੂੰ ਉਹਦੇ 'ਚ ਲੋੜ ਪਈ ਕਿਸੇ ਪੈਸੇ ਦੀ, ਤਾਂ ਅਸੀਂ 2 4 5 ਸਾਲ ਗਾਈਆਂ ਸੇਲ ਕਰਕੇ ਉਹਨਾਂ ਆਪਦਾ ਟਾਈਮ ਪਾਸ ਕਰ ਲੈਂਦੇ ਰਹੇ। ਮਤਲਬ ਸਾਨੂੰ ਕਿਤੋਂ ਵੀ ਵਾਧੂ ਪੈਸਾ ਬੈਂਕਾਂ ਤੋਂ ਜਾਂ ਕਿਤੇ ਲਿਆਉਣ ਦੀ ਕਦੀ ਲੋੜ ਨਹੀਂ ਪਈ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ। ਮੈਂ ਹਾਂ ਮਨਦੀਪ ਕੌਰ ਸੰਧੂ। ਅਕਸਰ ਅਸੀਂ ਤੁਹਾਨੂੰ ਬਹੁਤ ਸਫਲ ਕਿਸਾਨਾਂ ਦੇ ਨਾਲ ਮਿਲਵਾਉਂਦੇ ਰਹਿੰਦੇ ਹਾਂ, ਉਹ ਕਿਸਾਨ ਜਿਨ੍ਹਾਂ ਨੇ ਆਪਣੀ ਮਿਹਨਤ ਦੇ ਬਲਬੂਤੇ ਦੇ ਨਾਲ ਪੂਰੀ ਦੇਸ਼ ਦੁਨੀਆ ਦੇ ਵਿੱਚ ਚਰਚੇ ਕਰਵਾਏ ਨੇ। ਔਰ ਸਾਡਾ ਮਿਲਾਉਣ ਦਾ ਮਕਸਦ ਕੀ ਹੁੰਦਾ ਕਿ ਬਹੁਤ ਸਾਰੇ ਕਿਸਾਨਾਂ ਦੇ ਕੋਲ ਜ਼ਮੀਨ ਤਾਂ ਹੁੰਦੀ ਹੈ, ਉਹ ਚਾਹੁੰਦੇ ਨੇ ਕਿ ਅਸੀਂ ਚੰਗਾ ਜਿਹੜਾ ਕਾਰੋਬਾਰ ਕਰੀਏ, ਸਾਨੂੰ ਲਾਹੇਵੰਦ ਵੀ ਹੋਵੇ, ਪਰ ਕਈ ਵਾਰ ਉਹਨਾਂ ਨੂੰ ਘਾਟਾ ਪੈ ਜਾਂਦਾ। ਕਾਰਨ ਕੀ ਹੁੰਦਾ ਕਿ ਤਕਨੀਕ ਦੀ ਬਹੁਤ ਜਾਣਕਾਰੀ ਨਹੀਂ ਹੁੰਦੀ ਹੈ। ਔਰ ਇਸੇ ਤਰੀਕੇ ਨਾਲ ਅਸੀਂ ਬਹੁਤ ਸਾਰੇ ਕਿਸਾਨਾਂ ਨੂੰ ਤੁਹਾਡੇ ਨਾਲ ਮਿਲਵਾਉਂਦੇ ਰਹਿੰਦੇ ਹਾਂ। ਤੇ ਅੱਜ ਜਿੱਥੇ ਅਸੀਂ ਪਹੁੰਚੇ ਹੋਏ ਹਾਂ, ਇਹ ਸਫਲ ਕਿਸਾਨ ਨੇ, ਡੇਅਰੀ ਫਾਰਮਿੰਗ ਕਰਦੇ ਨੇ, ਔਰ ਇੱਕ ਸਹਾਇਕ ਧੰਦਾ ਹੈ ਕਿਸਾਨਾਂ ਦਾ, ਜਿਹੜਾ ਕਿ ਖੇਤੀ ਦੇ ਨਾਲ ਨਾਲ ਜਿੱਥੇ ਹੋਰ ਮੁਨਾਫਾ ਵੀ ਦਿੰਦੇ ਨੇ। ਔਰ ਅੱਜ ਅਸੀਂ ਨਕੋਦਰ ਦੇ ਬਿਲਕੁਲ ਲਾਗੇ ਪਿੰਡ ਹੇਰਾ ਪੈਂਦਾ ਹੈ, ਕਿਸਾਨ ਮੰਗਲ ਸਿੰਘ ਹੋਣਾ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਂਦੇ ਹਾਂ, ਜਿਸ ਵੇਲੇ ਡੇਅਰੀ ਫਾਰਮਿੰਗ ਕਰਦੇ ਨੇ। ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਠੀਕ ਠਾਕ ਹੋ ਆਪ? ਬਹੁਤ ਵਧੀਆ, ਠੀਕ ਠਾਕ। ਸਭ ਤੋਂ ਪਹਿਲਾਂ ਕਿ ਤੁਸੀਂ ਡੇਅਰੀ ਫਾਰਮਿੰਗ ਕਿੰਨੇ ਸਮੇਂ ਤੋਂ ਕਰ ਰਹੇ ਹੋ, ਔਰ ਜਿਹੜੇ ਕਿ ਕਿਸਾਨ ਕਰਨਾ ਚਾਹੁੰਦੇ ਨੇ ਤੇ ਕਿੰਨਾ ਕੁ ਮੁਨਾਫਾ ਇਹਦੇ ਵਿੱਚ? ਦੇਖੋ ਜੀ, ਅਸੀਂ ਪਹਿਲਾਂ ਪਿਤਾ ਪੁਰਖੀ 10 12 15 ਪਸ਼ੂ ਤਾਂ ਰੱਖਦੇ ਹੀ ਹਾਂ, ਪਰ 2006 ਤੋਂ ਅਸੀਂ ਥੋੜਾ ਵੱਡੇ ਲੈਵਲ ਤੇ ਸ਼ੁਰੂ ਕੀਤਾ। 2006 ਦੇ ਵਿੱਚ ਅਸੀਂ ਮਤਲਬ ਸਾਨੂੰ ਇੱਧਰ ਨੂੰ ਹੋਏ ਸੀ, ਮਤਲਬ ਅਸੀਂ ਫਿਰ ਸ਼ੈੱਡ ਤਿਆਰ ਕੀਤਾ। ਫਿਰ ਅਸੀਂ ਥੋੜਾ ਜਿਹਾ, ਸਾਡੀ ਇੱਕ PDFA ਸੰਸਥਾ, ਉਹਨਾਂ ਕੋਲ ਮਤਲਬ ਜਿੱਦਾਂ ਦੇਖਣ ਗਏ ਉਹਦਾ ਆਪਣੇ ਸਾਰਿਆਂ ਦੇ ਲੋਕਾਂ ਦਾ ਦੇਖਿਆ, ਤੇ ਜਾ ਕੇ ਸਾਨੂੰ ਬੜਾ ਚੰਗਾ ਲੱਗਾ। ਤੇ ਫਿਰ ਅਸੀਂ ਇਹਨੂੰ ਹੋ ਗਿਆ ਥੋੜਾ ਜਿਹਾ। ਖੇਤੀ ਵੀ ਉਦੋਂ ਥੋੜੀ ਜਿਹੀ ਇੱਦਾਂ ਹੀ ਸੀਗੀ, ਮਤਲਬ ਕਈ ਵਾਰੀ ਆਲੂ ਅਸੀਂ ਬੀਜਦੇ ਹਾਂ, ਕਈ ਵਾਰ ਘੱਟ ਵੱਧ ਜਾਂਦੇ ਆ, ਤੇ ਅਸੀਂ ਥੋੜਾ ਇੱਧਰ ਕੀਤਾ ਵੀ ਸਾਨੂੰ ਚੰਗਾ ਲੱਗਾ। ਅਸੀਂ ਹੌਲੀ ਹੌਲੀ ਕਰਕੇ, ਜਦੋਂ ਪਹਿਲੇ ਥੋੜੇ 30 ਪਸ਼ੂ ਸ਼ੁਰੂ ਕੀਤਾ, ਫਿਰ ਅਸੀਂ ਹੌਲੀ ਹੌਲੀ ਕਰਦੇ ਸਾਤੋਂ ਅੱਜ 100 ਡੰਗਰ ਹੈਗਾ ਜੀ। ਪਹਿਲਾਂ ਜ਼ਿਆਦਾ ਸੀ, ਫਿਰ ਥੋੜੇ ਘਟਾਤੇ। ਤੇ ਥੋੜਾ ਜਿਹਾ ਪਿਛਲੇ ਕਰੋਨਾ ਵਿੱਚ ਦੁੱਧ ਦਾ ਫਰਕ ਪੈ ਗਿਆ, ਸਸਤਾ ਹੋ ਗਿਆ ਸੀਗਾ। ਤੇ ਮਤਲਬ ਮੁਨਾਫਾ ਜਿਹੜੀ ਗੱਲ ਹੈਗੀ ਆ, ਮੁਨਾਫਾ ਇਹਦੇ ਵਿੱਚ ਚਲੋ ਬਹੁਤ ਜ਼ਿਆਦਾ ਤੇ ਘੱਟ ਵੀ ਨਹੀਂਗਾ। ਜੇ ਅਸੀਂ ਕਰਦੇ ਹਾਂ ਤਾਂ ਸਾਨੂੰ, ਮੈਂ ਤੁਹਾਨੂੰ ਦੱਸਦਾ ਵੀ, ਇੱਕ ਜਿੱਦਾਂ ਅਸੀਂ ਆਲੂ ਦੀ ਫੁੱਲ ਬੀਜਦੇ ਕਰਦੇ ਹਾਂ, ਸਾਨੂੰ ਲਿਮਿਟ ਬਣਾਉਣ ਦੀ ਬਾਈ ਲੋੜ ਨਹੀਂ ਪਈ, ਕਿਉਂਕਿ ਇੱਕ ਤਾਂ ਡੇਲੀ ਸਾਡਾ ਦੁੱਧ ਹੈਗਾ। ਜੇ ਸਾਨੂੰ ਉਹਦੇ 'ਚ ਲੋੜ ਪਈ ਕਿਸੇ ਪੈਸੇ ਦੀ, ਤਾਂ ਅਸੀਂ 2 4 5 ਸਾਲ ਗਾਈਆਂ ਸੇਲ ਕਰਕੇ ਉਹਨਾਂ ਆਪਦਾ ਟਾਈਮ ਪਾਸ ਕਰ ਲੈਂਦੇ ਰਹੇ। ਮਤਲਬ ਸਾਨੂੰ ਕਿਤੋਂ ਵੀ ਵਾਧੂ ਪੈਸਾ ਬੈਂਕਾਂ ਤੋਂ ਜਾਂ ਕਿਤੇ ਲਿਆਉਣ ਦੀ ਕਦੀ ਲੋੜ ਨਹੀਂ ਪਈ। ਅਸੀਂ ਇਹਦੇ ਨਾਲ ਆਪਦਾ ਟਾਈਮ ਪਾਸ ਕਰੀ ਜਾਂਦੇ। ਬਹੁਤ ਵਧੀਆ ਮਤਲਬ ਚੱਲਦਾ ਹੈਗਾ। ਲੰਬਾ ਸਮਾਂ ਹੋ ਗਿਆ ਸਾਨੂੰ ਹੁਣ ਡੇਅਰੀ ਫਾਰਮਿੰਗ ਕਰਦੇ ਨੂੰ। ਜੇਕਰ ਅਸੀਂ ਗੱਲ ਕਰੀਏ ਤਾਂ ਗਾਵਾਂ ਦੀ ਚੋਣ ਕਿਵੇਂ ਕਰਦੇ ਹੋ ਕਿ ਸਾਨੂੰ ਇਹ ਵਾਲੀ ਗਾਂ ਜਿਹੜੀ ਆ ਆਪਣੇ ਇੱਥੇ ਸ਼ੈੱਡ ਦੇ ਵਿੱਚ ਲੈ ਕੇ ਆਉਣੀਆਂ ਨੇ? ਕਿਉਂਕਿ ਗਾਂ ਦਾ ਦੁੱਧ ਦਾ ਬਹੁਤ ਫਰਕ ਹੁੰਦਾ, ਹਰ ਨਸਲ ਦਾ ਫਰਕ ਹੁੰਦਾ। ਉਹ ਦੁੱਧ ਕਿੰਨੀ ਕੁਆਂਟੀਟੀ ਵਿੱਚ ਦਿੰਦੀਆਂ? ਦੁੱਧ ਜਿਹੜਾ ਜੀ, ਅਸੀਂ ਮਤਲਬ ਗਾਈਆਂ ਜਿਹੜੀਆਂ ਪਹਿਲਾਂ, ਹੁਣ ਜਿੱਦਾਂ ਦੱਸਿਆ ਵੀ ਸਾਡੀ PDFA ਬਹੁਤ ਇਹ ਕੰਮ ਕਰਦੀ ਨਾ, ਸਾਡੇ ਦਲਜੀਤ ਸਿੰਘ ਹੈ ਜੀ ਸਦਰਪੁਰਾ, ਉਹ ਬਹੁਤ ਹੀ ਮਤਲਬ ਗਾਂ ਮਤਲਬ ਕਿਸਾਨ ਸਾਰਿਆਂ ਨੂੰ ਇੱਕ ਸੇਧ ਬਹੁਤ ਸਾਰਿਆਂ ਨੂੰ ਦਿੰਦੇ ਆ। ਇਹਨਾਂ ਨੇ ਇੱਕ ਬਾਹਰ ਅਮਰੀਕਾ ਤੋਂ ਜਾਂ ਕੋਈ ਬਾਹਰੋਂ ਚੰਗੀ ਨਸਲ ਦੇ ਟੀਕੇ ਮੰਗਾਏ, ਅਸੀਂ ਲਾਏ। ਉਹਨਾਂ ਜਿਹੜੇ ਸੀਮਨ ਮੰਗਾ ਕੇ ਅਸੀਂ ਲਾਇਆ, ਉਹਨਾਂ ਸਾਡੇ ਚੰਗੀ ਨਸਲ ਦੀਆਂ ਗਾਈਆਂ ਤਿਆਰ ਕੀਤੀਆਂ। ਅਸੀਂ ਆਪਣੇ ਮਤਲਬ ਪਸ਼ੂ ਤਿਆਰ ਕੀਤੇ। ਜਿੱਦਾਂ ਪਹਿਲਾਂ ਥੋੜ੍ਹੇ ਲਿਆਂਦੇ, 2008 ਤੋਂ ਬਾਅਦ ਅਸੀਂ ਕੋਈ ਪਸ਼ੂ ਨਹੀਂ ਖਰੀਦਿਆ। ਮਤਲਬ ਹਰ ਸਾਲ 20 22 25 ਪਸ਼ੂ ਵੇਚਦੇ ਜ਼ਰੂਰ ਹੈਗੇ ਆ, ਜਿੰਨੀਆਂ ਬੱਚੀਆਂ ਰਲ ਜਾਂਦੀਆਂ। ਅਸੀਂ ਖਰੀਦਿਆ ਨਹੀਂ ਕਦੀ ਅੱਜ ਤੱਕ। ਤੇ ਉਹਨਾਂ ਵੱਲ ਚਲੋ ਕਈ ਵਾਰੀ ਜਿਹੜਾ ਚੰਗਾ ਜ਼ਿਆਦਾ ਦੁੱਧ ਦੇਣ ਵਾਲਾ ਆ, ਉਹ ਜ਼ਿਆਦਾ ਰੱਖ ਲਈਦਾ, ਨਹੀਂ ਤਾਂ ਤੀਸਰੇ ਸੂਏ ਅਸੀਂ ਗਾਂ ਵੇਚ ਦਿੰਦੇ ਹਾਂ। ਤੇ ਮਤਲਬ ਉਹਦੇ ਨਾਲ ਫਿਰ ਸਾਨੂੰ ਆਪੇ ਮਤਲਬ ਜਿਹੜੀ ਆਪਦੀ ਨਸਲ ਤਿਆਰ ਕਰੀਦੀ ਆ, ਉਹੀ ਰੱਖੀ ਦੀ ਆ। ਮਤਲਬ HF ਗਾਈਆਂ ਸਭ ਤੋਂ ਜ਼ਿਆਦਾ। ਤੇ ਇਹ ਮਤਲਬ ਜਿਹੜੇ ਟੀਕੇ ਹੀ ਵਧੀਆ ਲਾ ਕੇ ਵਧੀਆ ਸੀਮਨ ਵਰਤ ਕੇ ਮਤਲਬ ਬਣਦੀ ਹੈਗੀ ਆ।
ਦਿੰਦੇ ਸਨ। ਤੁਸੀਂ ਹੁਣ ਇਹਨਾਂ ਦੀ ਬਰੀਡਿੰਗ ਵੀ ਕਰਦੇ ਹੋ ਔਰ ਵੇਚਦੇ ਹੋ ਤੁਸੀਂ ਇਹਨਾਂ ਨੂੰ, ਹਨਾ? ਔਰ ਜੇਕਰ ਅਸੀਂ ਗੱਲ ਕਰੀਏ ਤਾਂ ਇਸ ਵੇਲੇ ਕਿਹੜੀ ਕਿਹੜੀ ਨਸਲ ਦੀਆਂ ਗਾਵਾਂ ਤੁਹਾਡੇ ਕੋਲ ਨੇ ਦੇਸੀ ਗਾਵਾਂ 'ਚ, ਔਰ ਜਿਹੜੀਆਂ ਦੂਸਰੀਆਂ ਨਸਲਾਂ ਹੁੰਦੀਆਂ ਨੇ ਗਾਵਾਂ 'ਚ ਫਰਕ ਕੀ ਹੈ? ਦੁੱਧ ਦੀ ਜਿਹੜੀ ਕੁਆਲਿਟੀ ਘੱਟ ਹੁੰਦੀ ਹੈ? ਜ਼ਿਆਦਾ ਤਾਂ ਸਾਤੋਂ HF ਨਸਲ ਆ, 2-4 ਡੰਗਰ ਜਿਹੜੇ ਸਾਤੋਂ ਜਰਸੀ ਵੀ ਆ, ਸ਼ਾਹੀਵਾਲ ਵੀ ਹੈਗੇ ਆ, ਪਰ ਸ਼ਾਹੀਵਾਲ ਦੇਸੀ ਨਸਲ ਉਹ ਦੁੱਧ ਬਹੁਤ ਘੱਟ ਆ, ਉਹਨਾਂ ਸਾਡਾ ਸਰ ਨਹੀਂ ਸਕਦਾ, ਉਹ ਮਤਲਬ ਬਿਜ਼ਨਸ ਤੌਰ 'ਤੇ ਨਹੀਂ ਗੀ। ਅਤੇ ਇਹ ਜਿਹੜੀ ਗਾਈ ਹੈਗੀ ਆਪਣੀ HF ਗਾਂ ਹੈ ਨਾ, ਇਹ ਗਾਈਆਂ ਹੀ ਸਾਨੂੰ ਜਿਹੜੀਆਂ ਬਿਜ਼ਨਸ ਤੌਰ 'ਤੇ ਸਾਨੂੰ ਇਹੀ ਗਾਈ ਪਾਲਣੀ ਪੈਣੀ ਆ। ਇਹਨਾਂ ਦਾ ਦੁੱਧ ਤਕਰੀਬਨ ਐਵਰੇਜ ਚਲੋ 35 ਪਲੱਸ 40 ਦੇ ਲਾਗੇ ਛਾਗੇ ਸਾਰੇ ਤਕਰੀਬਨ ਦੇ ਦਿੰਦੀਆਂ ਆ। ਇਹ ਤੋਂ ਵੱਧ ਦੁੱਧ ਵਾਲੀ ਵੀ ਹੈਗੀਆਂ 45-50, ਲੋਕ 70 ਤੱਕ ਵੀ ਪਹੁੰਚ ਗਏ ਜ਼ਿਆਦਾ ਬਰੀਡਿੰਗ ਕਰਕੇ ਜਿਹੜੇ। ਅਤੇ ਆਮ ਐਵਰੇਜ ਜਿਹੜੀ ਹੈ ਪਹਿਲੇ ਸੂਏ ਵਾਲੀ ਜਿਹੜੀ ਗਾਂ 25 ਪਲੱਸ ਦੁੱਧ ਦੇ ਦਿੰਦੀ ਹੈ, ਅਤੇ ਦੂਜੇ ਤੀਜੇ ਸੂਏ 35-36-40 ਕਿਲੋ ਦੁੱਧ ਦੇ ਦਿੰਦੀਆਂ। ਮੰਨ ਲਓ ਉਹਦੇ ਨਾਲ ਸਾਡਾ ਚਲੋ ਟਾਈਮ ਪਾਸ ਹੋ ਜਾਂਦਾ ਵਧੀਆ। ਅਤੇ ਦੁੱਧ ਦੇ ਰੇਟ ਤਾਂ ਚਲੋ ਘੱਟ ਹੀ ਆ, ਪਰ ਫਿਰ ਵੀ ਥੋੜ੍ਹਾ ਜਿਹਾ ਦੁੱਧ ਜ਼ਿਆਦਾ ਹੋਣ ਦੇ ਕਰਕੇ ਇਹ ਨਸਲ ਸਾਨੂੰ ਬੈਟਰ ਆ, ਅਤੇ ਇੱਕ ਲੰਬਾ ਟਾਈਮ ਦੁੱਧ ਦਿੰਦੀ ਇਹ। ਅਤੇ ਜਿਹੜੀਆਂ ਦੂਸਰੀ ਦੇਸੀ ਨਸਲ ਆ ਉਹ ਤਾਂ ਮਤਲਬ ਅੱਧਾ ਕੁ ਸਾਲ 5-6 ਮਹੀਨੇ ਦੁੱਧ ਦਿੰਦੀ, ਉਹਦੇ ਬਾਅਦ ਰੁਕ ਜਾਂਦੀ। ਉਹ ਤਾਂ ਬਹੁਤ 10 ਕਿਲੋ ਤੋਂ ਵੱਧ ਚੰਗੀ ਨਸਲ ਦੀ ਗਾਂ 10 ਕਿਲੋ ਦੁੱਧ ਤੋਂ ਵੱਧ ਨਹੀਂ ਦਿੰਦੀ। ਸਫਲ ਹੋਣਾ ਇੱਕ ਇਨਸਾਨ ਨੂੰ ਹੁੰਦਾ ਕਿ ਅਸੀਂ ਜਿਹੜਾ ਵੀ ਕਾਰਜ ਕਰੀਏ ਉਹ 'ਚ ਸਫਲ ਹੋਣਾ ਬੜਾ ਜ਼ਰੂਰੀ ਹੁੰਦਾ ਹੈ। ਕਈ ਵਾਰ ਹੁੰਦਾ ਕਿ ਬਹੁਤ ਸਾਰੇ ਡੇਅਰੀ ਫਾਰਮਿੰਗ ਬਾਰੇ ਸੋਚਦੇ ਨੇ ਕਿ ਅਸੀਂ ਇਹ ਵਾਲਾ ਧੰਦਾ ਕਰੀਏ, ਪਰ ਬਹੁਤ ਛੇਤੀ ਨਾ ਉਹਨਾਂ ਨੂੰ ਇੰਨਾ ਮੁਨਾਫਾ ਨਹੀਂ ਹੁੰਦਾ, ਜਾਂ ਇੱਕ ਵਾਰੀ ਘਾਟੇ ਵਾਧੇ ਇੱਕ ਵਾਰੀ ਬਿਜ਼ਨਸ ਵਿੱਚ ਚੱਲਦੇ ਹੁੰਦੇ ਆ। ਕਈ ਲੋਕ ਛੇਤੀ ਜਿਹੜੀ ਹਿੰਮਤ ਹਾਰ ਜਾਂਦੇ ਆ ਤਾਂ ਇਸ ਨੂੰ ਬੰਦ ਕਰ ਦਿੰਦੇ ਆ। ਕਦੇ ਇੱਦਾਂ ਹੋਇਆ ਕਿ ਤੁਹਾਨੂੰ ਵੀ ਘਾਟੇ ਔਰ ਵਾਧੇ ਦਾ ਸੌਦਾ ਕਰਨਾ ਪਿਆ ਸੀ ਤੇ ਪਰ ਤੁਸੀਂ ਇਹਨੂੰ ਬਿਜ਼ਨਸ ਨੂੰ ਛੱਡਿਆ ਨਹੀਂ ਹੈ? ਦੇਖੋ ਘਾਟੇ ਵਾਧੇ ਤਾਂ ਬਿਜ਼ਨਸ ਆਉਂਦੇ ਰਹਿੰਦੇ ਆ, ਪੇਸ਼ੈਂਸ ਚਾਹੀਦੀ ਤੁਹਾਨੂੰ, ਥੋੜ੍ਹਾ ਜਿਹਾ ਮਤਲਬ ਬੰਦੇ ਨੂੰ ਸਬਰ ਰੱਖਣਾ ਚਾਹੀਦਾ। ਸਬਰ ਦੇ ਨਾਲ ਹੀ ਸਿਆਣਾ ਕਿਹਾ ਸਬਰ ਦਾ ਫਲ ਮਿੱਠਾ ਹੁੰਦਾ ਹੈ। ਅਤੇ ਹਰ ਇੱਕ ਕੰਮ 'ਚ ਤੁਸੀਂ ਜੇ ਮਤਲਬ ਐਨ ਉਹਨੂੰ ਤਰੀਕੇ ਨਾਲ ਕਰਦੇ ਆ ਤਾਂ ਪਹਿਲੀ ਗੱਲ ਤਾਂ ਜੇ ਡੇਅਰੀ ਫਾਰਮ ਕਿਸੇ ਨੇ ਕਰਨੀ ਉਹਨੂੰ ਪਰਿਵਾਰ ਦੀ ਸਪੋਰਟ ਚਾਹੀਦੀ ਹੈ। ਇਕੱਲਾ ਬੰਦਾ ਇਹ ਕੰਮ ਨਹੀਂ ਕਰ ਸਕਦਾ। ਪਰਿਵਾਰ ਤੁਹਾਡਾ, ਬੱਚੇ ਜਾਂ ਜੋ ਵੀ ਤੁਹਾਡੀ ਵਾਈਫ ਆ ਜਾਂ ਪਰਿਵਾਰ 'ਚ ਤੁਹਾਡੇ ਜਿੰਨੇ ਵੀ ਜੀ ਹੈਗੇ, ਸਾਰਿਆਂ ਨੂੰ ਸ਼ੌਕ ਚਾਹੀਦਾ। ਮਤਲਬ ਇਹ ਨਾ ਹੋਵੇ ਜੀ ਮਤਲਬ ਕਿਸੇ ਨੂੰ ਇਹ ਕੰਮ ਗੰਦਾ ਲੱਗਦਾ ਆ ਜਾਂ ਨਹੀਂ, ਇਹ ਨਹੀਂ ਚਾਹੀਦਾ। ਸਾਰਿਆਂ ਨੂੰ ਮਤਲਬ ਇੱਕ ਸ਼ੌਕ ਚਾਹੀਦਾ ਤਾਂ ਜਾ ਕੇ ਇਹ ਕੰਮ ਹੁੰਦਾ। ਉੱਦਾਂ ਨਹੀਂ, ਮਤਲਬ ਮਿਹਨਤ ਇਹਦੇ 'ਚ ਬਹੁਤ ਕਰਨੀ ਪੈਂਦੀ। ਸਵੇਰ ਨੂੰ ਤੁਹਾਨੂੰ ਤੜਕੇ ਉੱਠਣਾ ਪੈਣਾ, ਰਾਤ ਨੂੰ ਕੋਈ ਤੁਹਾਡੀ ਗਾਂ ਬੱਚਾ ਦਿੰਦੀ ਆ ਜਾਂ ਤੁਹਾਡੀ ਗਾਂ ਕੋਈ ਬਿਮਾਰ ਹੋ ਗਈ ਤੁਹਾਨੂੰ ਤਾਂ ਉੱਠਣਾ ਪੈਣਾ, ਡਾਕਟਰ ਬੁਲਾਉਣਾ ਪੈਣਾ, ਕਈ ਵਾਰੀ ਡਾਕਟਰ ਦੂਰ ਨੇੜੇ ਜਾ ਕੇ ਲੈਣ ਜਾਣਾ ਪੈਣਾ। ਮਤਲਬ ਇਹ ਤੁਹਾਨੂੰ ਇੱਕ ਬਹੁਤ ਮਤਲਬ ਸੰਘਰਸ਼ ਵਾਲੀ ਚੀਜ਼ ਹੈ, ਮਤਲਬ ਕਰਨ ਵਾਲੀ ਗੱਲ ਹੈ। ਅਤੇ ਜੇ ਤੁਸੀਂ ਕਰ ਸਕਦੇ ਫਿਰ ਹੀ ਤੁਸੀਂ ਲੱਗੇ ਰਹੋਗੇ ਤਾਂ ਹੀ ਆ, ਨਹੀਂ ਤਾਂ ਤੁਸੀਂ ਫੇਲ ਤਾਂ ਹੋ ਹੀ ਜਾਣਾ। ਫਿਰ ਮਿਲ ਜੇ ਨਾ ਕਰੋਗੇ ਆਪ ਤੁਹਾਨੂੰ ਸਾਰੇ ਵਿੱਚ ਬੇਸ਼ੱਕ ਸਾਡੀ ਲੇਬਰ ਕੰਮ ਕਰਦੀ ਹੈ, ਪਰ ਤੁਹਾਨੂੰ ਇੱਥੇ ਆਪ ਜ਼ਰੂਰ ਇਨਵੋਲਵ ਰਹਿਣਾ ਪੈਣਾ, ਕਿਉਂਕਿ ਤੁਸੀਂ ਕੋਈ ਗਾਂ ਬਿਮਾਰ ਆ, ਕਿਸੇ ਦਾ ਮਤਲਬ ਕੋਈ ਸੁਸਤ ਆ ਜਾਂ ਕੋਈ, ਤਾਂ ਉਹਨਾਂ ਨੇ ਸਿਰਫ ਤੁਹਾਨੂੰ ਪੱਠੇ ਪਾ ਜਾਣੇ, ਸਫਾਈ ਕਰਨੀ, ਦੁੱਧ ਚੋ ਜਾਣਾ, ਹੋਰ ਕੁਛ ਨਹੀਂ ਕਰਨਾ ਉਹਨਾਂ ਨੇ। ਇਹ ਬਾਕੀ ਸਭ ਤੁਹਾਨੂੰ ਮੈਨੇਜਮੈਂਟ ਆਪ ਕਰਨੀ ਪੈਣੀ ਹੈ। ਤੁਸੀਂ ਕੀ ਕਰਦੇ ਜੇ ਤੁਸੀਂ ਦੇਖਦੇ ਆ ਤਾਂ ਠੀਕ ਆ, ਨਹੀਂ ਤਾਂ ਫਿਰ ਮਤਲਬ ਜਿੱਦਾਂ ਅਸੀਂ ਹੁਣ ਮੈਂ ਚਲ ਗਿਆ ਤਾਂ ਮੇਰੀ ਵਾਈਫ ਦੇਖਦੀ ਆ, ਜਾਂ ਮੇਰਾ ਲੜਕਾ ਆ ਚਲੋ ਇੱਥੇ, ਉਹ ਪਹਿਲਾਂ ਬਾਹਰ ਗਿਆ ਸੀ ਹੁਣ ਆ ਗਿਆ ਇੱਥੇ, ਉਹ ਦੇਖਦਾ। ਅਸੀਂ ਮਤਲਬ ਸਾਰਾ ਟੱਬਰ ਸਾਰੇ ਪਰਿਵਾਰ ਦੇ ਮੈਂਬਰ ਰਲ ਕੇ ਕਰਦੇ। ਸ਼ੁਰੂਆਤ ਕੀਤੀ ਸੀ ਤੁਸੀਂ ਡੇਅਰੀ ਫਾਰਮਿੰਗ ਦੀ, ਉਦੋਂ ਕਿੰਨੇ ਤੁਹਾਡੇ ਕੋਲ ਪਸ਼ੂ ਸਨ? ਜਦੋਂ ਅਸੀਂ ਸ਼ੁਰੂ ਕੀਤੀ ਸੀ ਮੈਂ ਤੁਹਾਨੂੰ ਦੱਸਿਆ ਅੱਗੇ ਵੀ 10-12 ਡੰਗਰ ਸੀਗੇ ਸਾਡੇ ਘਰ ਦੇ ਜਿਹੜੇ ਸੀਗੇ। ਉਹ ਤੋਂ ਬਾਅਦ ਅਸੀਂ ਸ਼ੈਡ ਸ਼ਕਤੀ ਦੇ ਅਸੀਂ ਕੁਛ ਡੰਗਰ ਬੋਲ 30 ਡੰਗਰ ਅਸੀਂ ਇਸ ਸ਼ੈਡ 'ਚ ਲੈ ਕੇ ਆਏ ਸੀ। 30 ਤੋਂ ਬਾਅਦ ਫਿਰ ਅਸੀਂ ਕੋਈ ਮੁੱਲ ਨਹੀਂ ਲਿਆ, ਕਰਦੇ ਸਭ ਤੋਂ ਵੱਲ ਤਕਰੀਬਨ 150 ਡੰਗਰ 'ਤੇ ਚਲ ਗਏ। ਅਤੇ ਹੁਣ ਚਲੋ ਥੋੜ੍ਹਾ ਜਿਹਾ ਜਿੱਦਾਂ ਮੈਂ ਤੁਹਾਨੂੰ ਦੱਸ ਹਟਿਆ ਵੀ ਪਿਛਲੇ ਸਮੇਂ ਥੋੜ੍ਹਾ ਜਿਹਾ ਘਾਟੇ ਵਾਧੇ ਵਾਲਾ ਸੀਗਾ। ਸਾਡੇ 2 ਸਾਲ ਪਹਿਲਾਂ ਆਲੂਆਂ ਦੀ ਫਸਲ ਸਾਡੀ ਡਾਊਨ ਹੋਈ ਸੀਗੀ, ਪੈਸੇ ਚਾਹੀਦੇ ਤੇ ਆਪਾਂ ਥੋੜ੍ਹੇ ਡੰਗਰ ਵੇਚ ਲਏ, ਅਤੇ ਮਤਲਬ ਹੋਰ ਕੋਈ ਪੈਸੇ ਦੀ ਲੋੜ ਮਤਲਬ ਲਾਂਭੋ ਨਹੀਂ ਬੈਂਕ 'ਚੋਂ ਲੈ, ਆਪਣੇ ਡੰਗਰ ਵੇਚ ਲੈ। ਹੁਣ ਇਹ ਬੱਚੀਆਂ ਦੇਣਗੇ ਫਿਰ ਉਨੇ ਹੋ ਜਾਣੇ, 2 ਸਾਲ ਨਾ ਵੇਚਾਂਗੇ ਫਿਰ 150 ਹੋ ਜਾਣਾ। ਅਤੇ ਮਤਲਬ ਇਸ ਹਿਸਾਬ ਨਾਲ ਚਲੋ ਚੱਲੀ ਜਾਂਦੇ ਵਧੀਆ। ਮਤਲਬ ਜਿੱਦਾਂ ਹੁਣ ਤਾਂ ਤੁਹਾਨੂੰ ਬੜਾ ਤਜਰਬਾ ਹੋ ਗਿਆ ਇਹਦੇ ਵਿੱਚ, ਅਸੀਂ ਦੇਖ ਰਹੇ ਸੀ ਕਿ ਤੁਸੀਂ ਹੁਣ ਨਵੀਂ ਤਕਨੀਕ ਆ ਗਈ ਅੱਜ। ਅੱਗੇ ਪਹਿਲਾਂ ਖਿੰਦਾ ਧਾਰਾ ਕੱਢਣ ਲੱਗਿਆ, ਡੰਗਰ ਚੋਣ ਲੱਗਿਆ ਬੜੀ ਮਿਹਨਤ ਕਰਨੀ ਪੈਂਦੀ, ਸੁਆਣੀਆਂ ਸਵੇਰੇ ਉੱਠਦੀਆਂ ਸੀ, ਨਾਲ ਪੁਰਸ਼ ਉੱਠਿਆ ਕਰਦੇ ਸੀ ਔਰ ਉਹਨਾਂ ਵੱਲੋਂ ਦੁੱਧ ਕੱਢਿਆ ਜਾਂਦਾ ਸੀਗਾ। ਹੁਣ ਪਾਈਪਾਂ ਆ ਗਈਆਂ, ਨਵੀਂ ਤਕਨੀਕੀ ਯੁੱਗ ਆ ਗਿਆ, ਮਸ਼ੀਨਾਂ ਦੇ ਰਾਹੀਂ ਮੋਟਰ ਬਸ ਥਣਾ 'ਤੇ ਲੱਗ ਜਾਂਦੀ ਹੈ, ਉਹ ਤੁਹਾਡੇ ਦੁੱਧ ਦੀ ਇੱਕ ਡਰਮ ਭਰ ਦਿੰਦੀ ਹੈ। ਹਾਂਜੀ, ਹੁਣ ਜਿੱਦਾਂ ਮਤਲਬ ਪਹਿਲਾਂ ਤਾਂ ਚਲੋ ਥੋੜ੍ਹੇ ਡੰਗਰ ਹੁੰਦੇ ਉਹ ਹੱਥ ਨਾਲ ਚੁਆਈ ਹੋ ਜਾਂਦੀ ਹੈ। ਇੰਨੇ ਡੰਗਰ ਇੰਨੇ ਪਸ਼ੂ ਹੱਥ ਨਾਲ ਚੋ ਨਹੀਂ ਹੋ ਸਕਦੇ, ਇੰਨੇ ਚੋ ਨਹੀਂ ਹੋ ਸਕਦੇ ਕਰਕੇ ਫਿਰ ਮਸ਼ੀਨਾਂ ਦਾ ਸਹਾਰਾ ਲੈਣਾ ਪੈਣਾ। ਮਸ਼ੀਨਾਂ ਤਾਂ ਚਲੋ ਅਸੀਂ ਤਾਂ ਥੋੜ੍ਹੀਆਂ ਮਸ਼ੀਨਾਂ ਲੈ ਲੈਂਦੇ ਹਾਂ, ਆਮ ਤਾਂ ਹੁਣ ਕਾਫੀ ਆ ਗਿਆ ਪਾਰਲਰ, ਆਟੋਮੈਟਿਕ ਮਸ਼ੀਨ, ਹੋਰ ਕਈ ਕੁਛ ਹੋ ਗਿਆ ਬਹੁਤ ਮਾਰਕੀਟ 'ਚ ਆ ਗਿਆ, ਜਿੰਨਾ ਮਤਲਬ ਯਾਰ ਬਾਹਰਲੇ ਮੁਲਕਾਂ ਦਾ ਆਪੇ ਹੀ ਮਤਲਬ ਲੇਬਰ ਦੀ ਬਹੁਤ ਸਹੂਲਤ ਹੋ ਗਈ ਆ।
ਇਹ ਵੀ ਤਾਂ ਮੰਨ ਲਓ ਜੇ ਆਪਾਂ ਹੱਥਾਂ ਨਾਲ ਚੋਨੇ, ਹੁਣ ਜੇ ਅਸੀਂ ਮੰਨ ਲਓ 50 ਡੰਗਰ ਚੋਨੇ ਆ ਤਾਂ ਸਾਨੂੰ 4-5 ਬੰਦੇ ਸਵੇਰ ਨੂੰ ਚੁਆਈ ਲਈ ਚਾਹੀਦੇ। ਹੁਣ ਸਾਡੇ 2 ਬੰਦੇ ਹੁੰਦੇ ਆ, ਉਹ ਘੰਟੇ 'ਚ ਚੋ ਕੇ ਹਟ ਜਾਂਦੇ ਆ। ਮਤਲਬ ਲੇਬਰ ਦੀ ਸਮੱਸਿਆ ਕਰਕੇ ਲੇਬਰ ਦਾ ਮਤਲਬ ਬਹੁਤ ਜ਼ਿਆਦਾ ਸਾਨੂੰ ਫਾਇਦਾ ਹੁੰਦਾ, ਤਾਂ ਕਰਕੇ ਮਤਲਬ ਚਲੋ ਮਸ਼ੀਨਾਂ ਚੋ ਜਾਂਦੀ ਨਹੀਂ। ਉੱਦਾਂ ਇਦੋਂ ਵੱਧ ਚੋ ਹੱਥਾਂ ਨਾਲ ਚੋ ਕੇ ਡੇਅਰੀ ਹੋ ਨਹੀਂ ਸਕਦੀ। ਔਖਾ ਹੈ ਕਿਉਂਕਿ ਇੱਕ ਗਾਂ ਦਾ ਦੁੱਧ ਜਾਏ, ਇਹਨਾਂ ਦਾ ਦੁੱਧ ਵੀ ਜ਼ਿਆਦਾ। ਹੁਣ 18-20 ਕਿਲੋ ਦੁੱਧ ਚੋਣਾ ਤੇ ਬੰਦੇ ਨੂੰ ਉੱਦਾਂ ਹੀ ਗਰਮੀ। ਅਸੀਂ ਗੱਲ ਕਰੀਏ ਚਾਰੇ ਦੀ, ਤਾਂ ਤੁਸੀਂ ਜਿਸ ਤਰੀਕੇ ਨਾਲ ਚਾਰੇ ਦੀ ਗੱਲ ਕਰਦੇ ਆ, ਕਿਉਂਕਿ ਇੰਨੇ ਜ਼ਿਆਦਾ ਆਪਾਂ ਪਸ਼ੂ ਰੱਖੇ ਹੋਏ ਨੇ, ਇੰਨੀਆਂ ਗਾਵਾਂ ਨੇ, ਇਹਨਾਂ ਦੇ ਲਈ ਨਿੱਤ ਦਿਨ ਪੱਠੇ ਵੱਢਦੇ ਹੋ ਜਾਂ ਕੋਈ ਇਹਦੇ ਲਈ ਇਹ ਚਾਰਾ ਤਿਆਰ ਕਰਕੇ ਅਲੱਗ ਤੋਂ ਰੱਖਿਆ ਹੋਇਆ? ਅਸੀਂ ਜੀ ਜਿੱਦਾਂ ਮਤਲਬ ਇਹਨਾਂ ਲਈ ਜਿੱਦਾਂ ਰੋਜ਼ ਪੱਠੇ ਵੱਢ ਕੇ ਪਾਉਣੇ ਤਾਂ ਬਹੁਤ ਮੁਸ਼ਕਿਲ ਹੋ ਜਾਂਦੇ ਆ। ਅਸੀਂ ਇਹਨਾਂ ਲਈ ਮੱਕੀ ਬੀਜਦੇ, ਅਸੀਂ ਜਿੱਦਾਂ 50 ਕਿੱਲੇ ਖੇਤੀ ਕਰਦੇ ਆ। ਅਸੀਂ ਉਹਨਾਂ 'ਚ ਪਹਿਲਾਂ ਅਸੀਂ ਉਹਦੇ 'ਚ ਪੈਡੀ ਸੀ, ਝੋਨਾ ਸੀਗਾ। ਉਸ ਤੋਂ ਬਾਅਦ ਅਸੀਂ ਹੁਣ ਆਲੂ ਬੀਜਦੇ, ਆਲੂਆਂ ਤੋਂ ਬਾਅਦ ਅਸੀਂ ਇਹਦੇ 'ਚ ਮੱਕੀ ਬੀਜ ਦੇਣੀ ਆ। ਮੱਕੀ ਅਸੀਂ 50 ਕਿੱਲੇ ਦਾ 4 ਸਾਈਲੇਜ ਪਾ ਲੈਣਾ। ਉਹਦਾ ਸਾਈਲੇਜ ਬਣਾਉਣ ਨੂੰ ਸਾਨੂੰ 50 ਕਿੱਲੇ 12 ਦਿਨ 15 ਦਿਨ ਲੱਗਦੇ ਮਸੀਂ। ਅਤੇ ਉਹ ਸਾਰਾ ਸਾਲ ਫਿਰ ਮੰਨ ਲਓ ਜਿਹੜਾ ਸਾਈਲੇਜ ਇੱਕ ਪਿੱਟ ਬੰਦ ਕਰਕੇ 1.5 ਮਹੀਨੇ ਬਾਅਦ ਉਹਨੂੰ ਅਸੀਂ ਪਸ਼ੂਆਂ ਖਿਲਾਉਣ ਲੱਗ ਪੈਣਾ। ਤਾਂ ਤਕਰੀਬਨ 50 ਕਿੱਲਿਆਂ ਦਾ ਸਾਡਾ 100 ਡੰਗਰ ਦਾ ਸਾਰਾ ਸਾਲ ਬਹੁਤ ਵਧੀਆ। ਮੰਨ ਲਓ ਸਾਨੂੰ ਕਦੀ ਵੀ ਹਰਾ ਪੱਠਾ ਬੀਜਣ ਦੀ ਲੋੜ ਨਹੀਂ ਪੈਂਦੀ। ਸਾਰੇ ਉਹਨਾਂ ਤੁਸੀਂ ਕੀ ਪਾਉਂਦੇ ਹੋ ਇਹ 'ਚ? ਪਾਉਂਦੇ ਅਸੀਂ ਕੁਛ ਨਹੀਂ ਜੀ, ਇਕੱਲਾ ਪੱਠਾ। ਸਿਰਫ ਹੁਣ ਤੋਂ ਤਾਂ ਕਈ ਕੰਪਨੀਆਂ ਦਵਾਈਆਂ ਕੱਢਦੇ ਛੇਤੀ ਤਿਆਰ ਕਰਨ ਲਈ, ਪਰ ਨੇ ਅਸੀਂ ਇਕੱਲਾ ਪੱਠਾ ਪਾ ਕੇ ਉਹਨੂੰ ਟਰੈਕਟਰ ਨਾਲ ਇੱਦਾਂ ਨੱਪੀ ਜਾਂਦੇ ਹਾਂ। ਜ਼ਿਆਦਾ ਨਪਾਈ ਹੈ, ਜਿੰਨੀ ਉਹ ਹਵਾ ਕੱਢਦੀ ਹੈ ਨਪਾਈ ਕਰਦੀ ਹੈ ਉਹਨੂੰ ਮਤਲਬ ਫਿਰ ਉਹਨੂੰ ਕੋਈ ਉਹਦੇ 'ਚ ਉੱਲੀ ਨਹੀਂ ਲੱਗਦੀ। ਉਹਨੂੰ ਕਰਕੇ ਨਾ ਉਹ ਅਸੀਂ ਨਪਾਈ ਕਰਕੇ ਉਹਦੇ ਵਿੱਚ ਅਸੀਂ ਉੱਤੇ ਤਰਪਾਇਲ ਪਾ ਕੇ ਮਿੱਟੀ ਪਾ ਕੇ ਢੱਕ ਦਿੰਦੇ ਹਾਂ। 45 ਦਿਨ ਬਾਅਦ ਉਹ ਫਿਰ ਸਾਨੂੰ ਖੋਲ੍ਹ ਕੇ ਚਾਰਨ ਦੇ ਯੋਗ ਹੋ ਜਾਂਦਾ। ਫਿਰ ਸਾਰਾ ਸਾਲ ਅਸੀਂ ਇਹ ਪਾਈ ਜਾਂਦੇ। ਸਾਨੂੰ ਅੱਧੀ ਲੇਬਰ ਲੱਗਦੀ ਹੈ ਜੀ, ਮਤਲਬ ਜਿੰਨੀ ਲੇਬਰ ਚਾਹੀਦੀ ਹੈ ਉਦੋਂ ਅੱਧੀ ਵੀ। ਮਤਲਬ ਕੋਈ ਰੋਜ਼ ਪੱਠੇ ਨਹੀਂ ਕੱਟਣੇ, ਕੁਛ ਨਹੀਂ ਕਰਨਾ, ਕੁਤਰਨੇ ਨਹੀਂ, ਉਹ ਲਿਆ ਕੇ ਇੱਥੇ ਪਾ ਦੇਣਾ। ਬਿਲਕੁਲ, ਜੇਕਰ ਅਸੀਂ ਗੱਲ ਕਰੀਏ ਇਹਨਾਂ ਦੇ ਮਲ ਮੂਤਰ ਦੀ, ਹੈ ਨਾ, ਤਾਂ ਇਹ ਵੀ ਤੁਹਾਡੇ ਲਈ ਬਹੁਤ ਸਹਾਇਕ ਹੋ ਸਕਦਾ ਖੇਤੀ ਦੇ ਵਿੱਚ, ਕਿਉਂਕਿ ਤੁਹਾਡੀ ਜ਼ਮੀਨ ਵੀ ਹੈ, ਤੁਸੀਂ ਖੇਤੀ ਕਰਦੇ ਹੋ। ਅਤੇ ਇਹਦੇ ਵਿੱਚ ਜਿਹੜਾ ਤੁਸੀਂ ਮਲ ਮੂਤਰ ਜਿਹੜਾ ਡੰਗਰਾਂ ਦਾ ਬਚਦਾ ਹੈ, ਤਾਂ ਇਹ ਤੁਸੀਂ ਆਪਣੀ ਖੇਤੀ ਯੂਜ਼ ਕਰਦੇ ਹੋ ਜਾਂ ਫਿਰ ਵੇਸਟੇਜ ਹੁੰਦਾ ਹੈ? ਨਹੀਂ ਜੀ, ਅਸੀਂ ਪਹਿਲਾਂ ਜਿਹੜਾ ਗੋਬਰ ਹੈ, ਉਹ ਲਈ ਇੱਕ ਸਾਡਾ ਗੋਬਰ ਗੈਸ ਘਰ 'ਚ, ਸਾਡੀ ਘਰ ਦੀ ਗੈਸ ਫ੍ਰੀ ਆ। ਸਾਡੀ ਘਰ ਦੀ ਗੈਸ ਫ੍ਰੀ ਆ, ਸਾਨੂੰ ਮੰਨ ਲਓ ਉੱਥੇ ਹੀ ਗੈਸ ਵਰਤ ਲੈਂਦੇ ਹਾਂ। ਉਸ ਤੋਂ ਬਾਅਦ ਅਸੀਂ ਜਿਹੜਾ ਇਹਨਾਂ ਦਾ ਗੋਹਾ ਹੈ ਉਹ ਇੱਕ ਥਾਂ ਸਿੱਟ ਕੇ ਉਹਨੂੰ ਜਦ ਗਲ ਜਾਂਦਾ ਹੈ ਅਤੇ ਰੂੜੀ ਦੇ ਥਾਂ ਢੇਰ ਦੇ ਖਾਦ ਦੇ ਥਾਂ ਅਸੀਂ ਖੱਤਾਂ 'ਚ ਵਰਤਦੇ ਹਾਂ। ਜਿਹੜਾ ਇਹਨਾਂ ਦਾ ਵੇਸਟੇਜ ਪਾਣੀ ਅਸੀਂ ਟੈਂਕ ਬਣਾਇਆ ਬਾਹਰ ਬਣਾਇਆ ਉੱਚਾ, ਉਹਦੇ 'ਚ ਅਸੀਂ ਵੇਸਟ ਜਿਹੜੀ ਪਾਣੀ ਵੀ ਜਾਂਦਾ, ਜਿਹੜਾ ਇਹਨਾਂ ਦਾ ਨਵਾਈ ਧਵਾਈ ਦਾ ਵੀ ਜਾਂ ਪਿਸ਼ਾਬ ਜੋ ਵੀ ਹੈਗਾ ਇਹਨਾਂ ਦਾ, ਉਹ ਅਸੀਂ ਜਦੋਂ ਮੋਟਰ ਚਲਾਉਂਦੇ ਨਾਲ ਹੀ ਅਸੀਂ ਉਹਦਾ ਪਾਣੀ ਕਰਕੇ ਫਸਲ ਨੂੰ ਪਾਣੀ ਲਾ ਦਿੰਦੇ ਹਾਂ। ਉੱਥੇ ਵੀ ਸਾਨੂੰ ਖਾਦ ਪਾਉਣ ਦੀ ਲੋੜ ਨਹੀਂ। ਅਸੀਂ ਜਿਹਨਾਂ ਖੱਤਾਂ 'ਚ ਉਹ ਪਾਣੀ ਲਾਉਂਦੇ ਹਾਂ, ਉੱਥੇ ਦੂਜੀ ਖਾਦ ਕੈਮੀਕਲ ਖਾਦ ਨਹੀਂ ਪਾਉਂਦੇ। ਉੱਥੇ ਕਿਉਂਕਿ ਆਪਣੀ ਨੈਚੁਰਲ ਖਾਦ ਦੇ ਚਲੇ ਜਾਂਦੀ ਆ, ਤੁਹਾਨੂੰ ਫਸਲ ਵੀ ਤੇ ਮੁਨਾਫਾ ਜ਼ਿਆਦਾ ਦਿੰਦੀ ਹੋਏਗੀ, ਉੱਥੇ ਪੱਕਾ ਵਧੀਆ ਹੁੰਦੀ ਹੋਏਗੀ, ਜ਼ਿਆਦਾ ਹੋ ਜਾਂਦਾ ਉੱਥੇ। ਮਤਲਬ ਜਿੱਦਾਂ ਸਾਨੂੰ ਨਾ ਉਹ ਖਾਦ ਪਾਉਣ ਨੂੰ ਵੀ ਦੂਸਰੀ ਨੂੰ ਜ਼ਿਆਦਾ ਹੋ ਜਾਂਦਾ ਹੈ। ਮਤਲਬ ਸਾਨੂੰ ਦੂਸਰਾ ਪਾਣੀ ਰਲਾ ਕੇ ਵਿੱਚ ਲਾਉਣਾ ਪੈਂਦਾ, ਉਹਦੇ ਨਾਲ ਫਿਰ ਅਸੀਂ ਮਤਲਬ ਜਿੱਦਾਂ ਪਾਣੀ ਵੀ ਕੰਮ ਆ ਜਾਂਦਾ। ਜਿਹੜਾ ਪਾਣੀ ਜਾਂਦਾ ਆਪਣੇ ਚਿਹਰੇ 'ਚ ਇੱਧਰੋਂ ਪਾਣੀ ਵੀ ਵੇਸਟ ਨਹੀਂ ਹੁੰਦਾ, ਅਤੇ ਦੂਸਰਾ ਮਲ ਮੂਤਰ ਜੋ ਵੀ ਇਹਦਾ ਉਹ ਵੀ ਵੇਸਟ ਨਹੀਂ ਹੁੰਦਾ। ਉਹ ਸਾਰਾ ਅਸੀਂ ਉੱਧਰ ਪਾ ਦਿੰਦੇ ਹੈਗੇ ਆ। ਜਿੱਦਾਂ ਤੁਸੀਂ ਗਾਵਾਂ ਹੁਣ ਕਾਫੀ ਤੁਹਾਡੇ ਕੋਲ ਹੈ, ਜੇਕਰ ਦੁੱਧ ਦੀ ਗੱਲ ਕਰੀਏ ਤਾਂ ਕਿੰਨਾ ਦੁੱਧ ਜਿਹੜਾ ਆ ਇੱਕ ਗਾਂ ਦਿੰਦੀ ਹੈ, ਔਰ ਕਿੰਨੇ ਕੁਇੰਟਲ ਜਿਹੜਾ ਦੁੱਧ ਤੁਸੀਂ ਸੇਲ ਕਰਦੇ ਹੈਗੇ ਆ, ਜਾਂ ਕਿਸੇ ਕੰਪਨੀ ਦੇ ਨਾਲ ਥੋੜ੍ਹਾ ਟਾਈ ਅਪ ਹੈਗਾ, ਉਹਦੇ ਨਾਲ ਤੁਸੀਂ ਕਹਿੰਦੇ ਕਿ ਇੰਨਾ ਕੁਇੰਟਲ ਦੁੱਧ ਉਹ ਲੈ ਕੇ ਜਾਂਦੇ? ਦੁੱਧ ਜਿਹੜੀ ਗਾਈਆਂ ਦੀ ਜੀ ਮੰਨ ਲਓ ਜਿੱਦਾਂ ਮੈਂ ਤੁਹਾਨੂੰ ਅੱਗੇ ਦੱਸ ਚੁੱਕਿਆ, ਐਵਰੇਜ ਜਿਹੜੀ ਇਹਨਾਂ ਦੀ ਹੈਗੀ 30-35 ਲੀਟਰ ਇੱਕ ਦਿਨ 'ਚ, ਕੋਈ 40 ਵੀ ਆ, ਕੋਈ 25 ਵੀ ਆ। ਮਤਲਬ ਸਾਰੀਆਂ ਵੱਖਰਾ ਵੱਖਰਾ ਦਿੰਦੀਆਂ। ਅਤੇ ਮਤਲਬ ਜੋ ਕੋਈ ਸਾਡੀ ਸੇਵਾ 'ਤੇ ਵੀ ਹੈਗਾ, ਇੱਦੋਂ ਹੀ ਵੱਧ ਦੇ ਸਕਦੀਆਂ, ਜੇ ਚੰਗੀ ਸੰਭਾਲ ਕਰੀਏ ਇੱਦੋਂ ਹੀ ਵੱਧ ਦਿੰਦੀਆਂ। ਅਤੇ ਦੂਸਰਾ ਜਿਹੜਾ ਦੁੱਧ ਅਸੀਂ ਨੈਸਲੇ ਵਾਲੇ ਦਿੰਦੇ ਹਾਂ। ਨੈਸਲੇ ਕੰਪਨੀ ਸਾਡੇ ਠੰਡੇ ਦੁੱਧ ਦਾ ਟੈਂਕ ਲਾਇਆ, ਅਸੀਂ ਚੋ ਕੇ 2 ਟੈਂਬ ਉਹਦੇ 'ਚ ਪਾਉਂਦੇ ਹਾਂ। ਉਹ ਗੱਡੀ ਆਉਂਦੀ ਹੈ, ਫੈਟ ਕੱਢ ਕੇ ਸਾਡਾ ਮੰਨ ਲਓ ਦੁੱਧ ਚੱਕ ਕੇ ਲੈ ਜਾਂਦੀ ਹੈ। 15 ਦਿਨ ਬਾਅਦ ਪੇਮੈਂਟ ਸਾਡੀ ਬੈਂਕ 'ਚ ਚਲ ਜਾਂਦੀ ਹੈ। ਉੱਥੋਂ ਅਸੀਂ ਜਿੱਥੇ ਪੇਮੈਂਟ ਵਰਤ ਲਈਦੀ ਹੈ। ਮਤਲਬ ਬਹੁਤ ਸਾਰੇ ਕਿਸਾਨ ਚਾਹੁੰਦੇ ਨੇ ਕਿ ਅਸੀਂ ਕੋਈ ਵਧੀਆ ਕੰਮ ਕਰੀਏ, ਜਿੱਦਾਂ ਚਲੋ ਖੇਤੀ ਤਾਂ ਹੈ, ਬਹੁਤ ਕਿਸਾਨਾਂ ਨੂੰ ਖੇਤੀ ਤੋਂ ਇੰਨਾ ਮੁਨਾਫਾ ਨਹੀਂ ਹੁੰਦਾ, ਜਾਂ ਤਾਂ ਕਿਸੇ ਕੋਲ ਜ਼ਮੀਨ ਘੱਟ ਹੁੰਦੀ ਹੈ, ਜੇ ਜ਼ਮੀਨ ਬਹੁਤੀ ਹੋਵੇ ਤਾਂ ਜ਼ਿਆਦਾਤਰ ਝੋਨੇ ਔਰ ਕਣਕ 'ਚ ਫਸੇ ਰਹਿੰਦੇ ਨੇ। ਜੇ ਥੋੜ੍ਹੀ ਕਿਤੇ ਹੁਣ ਸੋਝੀ ਆ ਗਈ, ਬਹੁਤ ਸਾਰੇ ਕਿਸਾਨ ਡਰੈਗਨ ਫਰੂਟ ਦੀ ਖੇਤੀ ਜਾਂ ਹੋਰ ਫਸਲਾਂ ਦੇ ਵੱਲ ਆਉਂਦੇ ਪਏ ਨੇ। ਉਹ ਚਾਹੁੰਦੇ ਕਿ ਅਸੀਂ ਵੱਖਰੇ ਵੱਖਰੇ ਫਰੂਟ ਦੀ ਖੇਤੀ ਕਰ ਲਈਏ ਜਾਂ ਸਬਜ਼ੀਆਂ ਦੀ ਖੇਤੀ ਕਰ ਲਈਏ, ਪਰ ਬਾਅਦ ਵਿੱਚ ਕੀ ਹੁੰਦਾ, ਸਮਾਂ ਹੌਲੀ ਬੀਤਣ ਦਾ ਭਾਅ ਨਹੀਂ ਮਿਲਦਾ ਹੈਗਾ। ਤਾਂ
ਖੇਤੀ ਦੇ ਵਿੱਚੋਂ ਇੰਨਾ ਮੁਨਾਫਾ ਨਹੀਂ ਹੁੰਦਾ। ਉਸ ਤੋਂ ਬਾਅਦ ਸਹਾਇਕ ਧੰਦੇ ਆ ਗਏ, ਮੱਛੀ ਪਾਲਣ, ਮੁਰਗੀ ਪਾਲਣ ਐਂਡ ਗਾਵਾਂ ਦਾ ਜਿਹੜਾ ਡੇਅਰੀ ਫਾਰਮਿੰਗ ਆ ਗਈ ਹੈ ਨਾ। ਇਹਦੇ ਜਦੋਂ ਕਿਸਾਨ ਆਉਂਦੇ ਨੇ ਉਹਨਾਂ ਦੇ ਮਨ 'ਚ ਇੱਕ ਡਰ ਹੁੰਦਾ, ਪਤਾ ਨਹੀਂ ਸਫਲ ਹੋਵਾਂਗੇ ਨਹੀਂ ਹੋਵਾਂਗੇ। ਜੋ ਤੁਹਾਡਾ ਸ਼ੁਰੂਆਤ ਸੀ, ਤੁਸੀਂ ਵੀ ਕੋਈ ਹੋਰ ਧੰਦਿਆਂ ਦੇ ਵੱਲ ਗਏ ਕਿ ਸਿੱਧਾ ਆ ਕੇ ਡੇਅਰੀ ਫਾਰਮਿੰਗ ਹੀ ਸ਼ੁਰੂ ਕੀਤੀ ਸੀਗੀ? ਨਹੀਂ ਜੀ, ਮੈਂ ਤੁਹਾਨੂੰ ਦੱਸਿਆ ਵੀ ਜਿੱਦਾਂ ਕੁਝ ਡੰਗਰ ਸਾਤੋਂ ਸੀਗੇ ਪਹਿਲਾਂ, ਅਸੀਂ ਪਹਿਲਾਂ ਇੱਧਰ ਹੀ ਆਏ ਹਾਂ। ਅਸੀਂ ਜਿੱਦਾਂ ਮੈਂ ਤੁਹਾਨੂੰ ਦੱਸ ਹੀ ਚੁੱਕਾ, ਪਹਿਲਾਂ ਅਸੀਂ ਉੱਧਰ ਤੁਹਾਡੇ ਜਗਰਾਵਾਂ ਦੇਖਣ ਗਏ। ਪਹਿਲਾਂ ਤਾਂ ਅਸੀਂ ਦਲਜੀਤ ਸਿੰਘ ਦੇ ਦੇਖਣ ਗਏ। ਜਦ ਦੇਖਿਆ ਉਹਨਾਂ ਦਾ ਸਾਨੂੰ ਬਹੁਤ ਵਧੀਆ ਲੱਗਾ, ਅਤੇ ਅਸੀਂ ਮਤਲਬ ਚਲੋ ਉੱਧਰ ਅਸੀਂ ਪਹਿਲਾਂ ਖੇਤੀ ਕਰ ਚੁੱਕੇ ਸੀ। ਆਲੂ ਲਈ ਅਸੀਂ ਤਕਰੀਬਨ 400 ਕਿੱਲੇ ਖੇਤੀ ਕਰਦੇ ਰਹੇ। ਬੜੇ ਪਿੰਡਾਂ 'ਚ ਠੇਕਾ ਜ਼ਮੀਨਾਂ ਸਾਂਭ ਕੇ ਬਹੁਤ ਭੱਜੇ ਫਿਰਦੇ ਰਹੇ, ਦਿਨ ਰਾਤ ਤੁਰ ਫਿਰਦੇ। ਚਲੋ ਟਾਈਮ ਤਾਂ ਉਹਦਾ ਹੀ ਪਾਸ ਹੋ ਜਾਂਦਾ ਸੀ। ਪਰ ਜਦੋਂ ਦੇ ਅਸੀਂ ਇੱਧਰ ਆਏ ਹਾਂ, ਬਾਹਰ ਭੱਜ ਕੇ ਖੇਤੀ ਨਹੀਂ ਕੀਤੀ। ਸਾਰੀ ਦਿਹਾੜੀ ਆਪਦੇ ਬੱਚਿਆਂ 'ਚ ਘਰ ਬੈਠੇ ਰਹਿੰਦੇ। ਇੱਥੇ ਮੈਂ ਇੱਥੇ ਸਾਡੇ ਰਹਿਣਾ, ਕਿਤੇ ਮਤਲਬ ਮਾੜਾ ਮੋਟਾ ਸ਼ਹਿਰ ਜਾਣ ਜਾਂਦਾ, ਇੱਥੇ ਸਾਰੀ ਘਰ ਰਹਿਣਾ। ਕੋਈ ਵੀ ਆਉਂਦਾ ਉਹਨੂੰ ਮਿਲਦਾ ਗਿਲਦਾ, ਕਿਤੇ ਮੈਂ ਬਾਹਰ ਨਹੀਂ ਜਾਂਦਾ। ਅਤੇ ਮਤਲਬ ਅਸੀਂ ਪਹਿਲਾਂ ਇੱਕ ਜਿਹੜਾ ਹੈਗਾ ਨਾ ਸਹਾਇਕ ਧੰਦਿਆਂ 'ਚੋਂ ਸਭ ਤੋਂ ਖੇਤੀ ਵਾਲੇ ਨਾਲ ਸੌਖਾ ਧੰਦਾ ਇਹੀ ਆ, ਕਿਉਂਕਿ ਕੁਛ ਸਾਡੇ ਤੋਂ ਪਸ਼ੂ ਘਰ ਹੁੰਦੇ ਆ, ਕੁਛ ਸਾਨੂੰ ਇਹਦਾ ਜਿਹੜਾ ਵੇਸਟੇਜ ਸਾਹਮਣੀ ਸੌਖੀ ਆ। ਅਸੀਂ ਬਾਕੀ ਫਸਲ ਪਾ ਸਕਦੇ ਫਸਲ ਨੂੰ, ਜਾਂ ਜਿੱਦਾਂ ਅਸੀਂ ਮੈਂ ਤੁਹਾਨੂੰ ਦੱਸਦਾ ਵੀ ਇੱਥੇ ਰਹਿੰਦੇ, ਸਾਨੂੰ ਗੋਬਰ ਗੈਸ ਦੀ ਕੰਮ ਆਉਂਦਾ। ਅਸੀਂ ਇਹ ਤੋਂ 12ਵੀਂ ਕੋਟ ਗੁੜੋਆਂ ਦੀ ਖਾਦ ਬਣਾ ਸਕਦੇ ਹਾਂ। ਅਸੀਂ ਬਣਾਉਂਦੇ ਵੀ ਸੀ, 2 ਸਾਲ ਹੋ ਗਏ ਸਾਡੇ ਗੁੜੋਈ ਖਰਾਬ ਹੋ ਗਏ, ਸਾਨੂੰ ਹੁਣ ਫਿਰ ਦੁਬਾਰਾ ਸ਼ੁਰੂ ਕਰਨ ਲੱਗੇ। ਅਤੇ ਮਤਲਬ ਉਹ ਉਦੋਂ ਵੀ ਤੁਹਾਡੇ ਕੰਮ ਤੁਸੀਂ ਵੇਚ ਵੀ ਸਕਦੇ ਹੋ, ਤਾਂ ਤੁਸੀਂ ਆਪਦੀ ਫਸਲ ਨੂੰ ਯੂਜ਼ ਕਰ ਸਕਦੇ ਹੋ। ਮਤਲਬ ਹੈਗਾ ਥੋੜ੍ਹਾ ਜਿਹਾ, ਚਲੋ ਮੈਂ ਜਿੱਦਾਂ ਤੁਹਾਨੂੰ ਅੱਗੇ ਆਪਾਂ ਗੱਲ ਕਰ ਰਹੇ ਹਾਂ ਵੀ ਜਿਹੜਾ ਧੰਦਾ ਹੈਗਾ ਹੈ ਨਾ, ਥੋੜ੍ਹਾ ਜਿਹਾ ਇਹ ਇੱਦਾਂ ਵੀ ਜਿੱਦਾਂ ਤੁਹਾਨੂੰ ਕਦੋਂ ਵੀ ਇਹ ਲਾਈਫ ਸਟਾਕ ਕਦੋਂ ਵੀ ਕੋਈ ਗਾਂ ਬਿਮਾਰ ਹੋਈ, ਕੋਈ ਕੁਛ ਮਤਲਬ ਤੁਹਾਨੂੰ ਕੰਮ ਪੈ ਸਕਦਾ। ਕੋਈ ਰਾਤ ਨੂੰ ਕਿਸੇ ਨੇ ਬੱਚਾ ਦੇਣਾ, ਉਹ ਤੁਹਾਨੂੰ ਉੱਠਣਾ ਪੈ ਗਿਆ, ਜਾਂ ਕੋਈ ਡਾਕਟਰ ਲਿਆਉਣਾ ਪੈ ਗਿਆ, ਤੁਹਾਨੂੰ ਮਤਲਬ ਡਿਊਟੀ ਬਹੁਤ ਦੇਣੀ ਪੈਂਦੀ ਆ। ਸਹਾਇਕ ਧੰਦਿਆਂ ਨਾਲ ਸਾਰਿਆਂ ਨੂੰ ਇਹ ਬੈਟਰ ਹੈ, ਜੇ ਕੀਤਾ ਜਾਵੇ ਤਾਂ ਸਭ ਤੋਂ ਬੈਟਰ ਹੈ। ਸਰਕਾਰ ਕੋਈ ਮਦਦ ਕਰਦੀ, ਕੋਈ ਸਬਸਿਡੀ ਦਿੰਦੀ ਹੈ? ਸਰਕਾਰਾਂ ਹੀ ਸਬਸਿਡੀ ਦਿੰਦੀਆਂ, ਕਿ ਸਾਨੂੰ ਸ਼ਹਿਰ ਤੇ 1.5 ਲੱਖ ਸਬਸਿਡੀ ਮਿਲੀ ਸੀ। ਸਰਕਾਰ ਸਬਸਿਡੀ ਦਿੰਦੀ, ਮਸ਼ੀਨਾਂ ਦੀ ਸਬਸਿਡੀ ਹੈਗੀ ਆ। ਸਰਕਾਰ ਕਾਫੀ ਸਬਸਿਡੀ ਦਿੰਦੀਆਂ ਕਰਦੀਆਂ ਹੈਗੀਆਂ, ਪਰ ਲੈਣੀ ਬਹੁਤ ਔਖੀ ਆ। ਉਹਦੇ 'ਚ ਕਿਸੇ ਆਮ ਕਿਸਾਨ ਨੂੰ ਨਹੀਂ ਮਿਲਦੀ। ਜਿਨ੍ਹਾਂ ਦਾ ਤਾਂ ਪੁੱਛਗਿੱਛ ਹੁੰਦੀ ਲੀਡਰਾਂ ਨਾਲ, ਉਹ ਲੈ ਜਾਂਦੇ, ਦੂਜੇ ਰਹਿ ਜਾਂਦੇ ਸਾਡੇ ਵਰਗੇ। ਜਿਹਦੀ ਮੰਨ ਲਓ ਉੱਪਰ ਪਹੁੰਚ ਨਹੀਂ, ਉਹਨੂੰ ਨਹੀਂ ਪੁੱਛਦਾ ਕੋਈ ਨਹੀਂ। ਅਤੇ ਮਤਲਬ ਮੈਂ ਸੱਚਾਈ ਦੱਸਦਾ, ਮਤਲਬ ਜਿਹਦੀ ਅਫਸਰਾਂ ਨਾਲ ਮੇਲ ਮਿਲਾਪ ਪਿਆ ਜਾਂ ਕੋਈ ਕਰਕੇ ਉਹ ਲੈ ਜਾਂਦਾ, ਉਹ ਗਲਤ ਵੀ ਲੈ ਜਾਂਦਾ। ਜਿਹਨੂੰ ਮਿਲਣੀ ਉਹ ਸਹੀ ਵੀ ਨਹੀਂ ਮਿਲਦੀ। ਮੰਨ ਲਓ ਇਹ ਇੱਕ ਸਾਡੀ ਮੁਲਕ ਦੀ ਲੈ ਜਾ ਕਿਸੇ ਤਰ੍ਹਾਂ ਲੈ ਲੈ ਕੇ ਇੱਕ ਵਾਰੀ ਦਿੱਤੀ ਜਾਂਦੀ ਹੈ ਸਰਕਾਰ ਵੱਲੋਂ ਮਦਦ, ਕਿ ਹਰ ਸਾਲਾਨਾ ਆਉਂਦੀ ਹੈ ਤੁਹਾਨੂੰ? ਨਹੀਂ, ਇਹ ਇੱਕ ਬੰਦੇ ਨੂੰ ਜਿੱਦਾਂ ਮੰਨ ਲਓ ਇੱਕ ਕੰਮ ਲਈ ਇੱਕ ਵਾਰੀ ਜਿੱਦਾਂ ਮੈਨੂੰ ਸਾਨੂੰ ਇਹਦੇ ਲਈ ਮਿਲ ਗਈ। ਵੀ ਹੁਣ ਅਸੀਂ ਨਵਾਂ ਹੋਰ ਕੰਮ ਕਰਨਾ ਆ, ਉਹਦੇ ਲਈ ਕੋਈ ਅਸੀਂ ਪ੍ਰੋਡਕਟ ਬਣਾਉਣ ਲੱਗਣਾ, ਜਾਂ ਕੋਈ ਅਸੀਂ ਮਸ਼ੀਨ ਨਵੀਂ ਲੈਣੀ ਆ, ਉਹ ਸਾਰੀਆਂ 'ਤੇ ਮਤਲਬ ਵਾਰ-ਵਾਰ ਇੱਕ ਅੱਧੀ ਵਾਰੀ ਮਿਲਦੀ, ਕੋਈ ਇੱਦਾਂ ਹਰ ਵਾਰੀ ਨਹੀਂ ਮਿਲਦੀ। ਹਰ ਸਾਲ ਦੇਖਿਆ ਕਿ ਛੋਟੇ ਛੋਟੇ ਬੱਚੇ ਆ ਇਹਨਾਂ ਦੇ, ਹੈ ਨਾ, ਵਛੇਰੇ ਨੇ, ਹੈ ਨਾ, ਤਾਂ ਵੱਛੀਆਂ ਨੇ ਕੁਛ ਵਿੱਚ, ਤਾਂ ਇਹਨਾਂ ਨੂੰ ਪਾਲਣ ਬੜਾ ਔਖਾ ਹੁੰਦਾ। ਕਈ ਵਾਰ ਐਂ ਹੁੰਦਾ ਆ ਕਿ ਬੱਚਾ ਨਹੀਂ ਪਾਲਦਾ, ਮਰ ਵੀ ਜਾਂਦਾ ਆ, ਹੈ ਨਾ। ਤਾਂ ਕਦੀ ਇੱਦਾਂ ਹੋਇਆ ਕਿ ਇਹਨਾਂ ਨੂੰ ਪਾਲਣਾ ਕਿੰਨਾ ਕੁ ਔਖਾ, ਕਿ ਗਾਂ ਵੱਡੀਆਂ ਨੇ, ਸੋ ਉਹਨਾਂ ਨੂੰ ਪਤਾ ਹੁੰਦਾ ਕਿ ਆਪੇ ਜਾ ਕੇ ਪਾਣੀ ਪੀ ਲੈਣਾ, ਚਾਰਾ ਖਾ ਲੈਣਾ, ਤਾਂ ਇਹਨਾਂ ਦੇ ਲਈ ਇਹਨਾਂ ਨੂੰ ਇੱਕ ਵਾਰੀ ਸਾਂਭਣਾ ਬੜਾ ਔਖਾ ਆ। ਇਹ ਜੀ ਅਸੀਂ ਪਹਿਲਾਂ 3 ਮਹੀਨੇ ਲਈ ਆਪਾਂ ਉੱਥੇ ਪਿੰਜਰੇ 'ਚ ਰੱਖਦੇ ਇਹਨਾਂ ਨੂੰ। 3 ਮਹੀਨੇ ਲਈ ਅਸੀਂ ਰੱਖਦੇ ਇਹਨਾਂ ਨੂੰ। 3 ਮਹੀਨੇ ਲਈ ਅਸੀਂ ਫੀਡ, ਅਤੇ ਅਸੀਂ ਤਕਰੀਬਨ 4-4.5 ਕਿਲੋ ਦੁੱਧ ਇੱਕ ਬੱਚੇ ਨੂੰ ਪਿਆਉਂਦੇ ਹਾਂ। ਇਹਨੂੰ ਗਾਂ ਦੇ ਥੱਲੇ ਨਹੀਂ ਛੱਡੀ ਦਾ, ਇੱਦਾਂ ਉੱਥੇ ਪਿਆਉਂਦੇ ਇਹਨੂੰ ਅਸੀਂ। ਉਹਨੂੰ ਪਾ ਕੇ ਅਸੀਂ ਗਾਂ ਦੁੱਧ 'ਤੇ 3 ਮਹੀਨੇ ਉੱਥੇ ਰੱਖਦੇ ਹੁੰਦੇ। ਦਵਾਈ ਬੜੀ ਮਤਲਬ ਦੇਖੀ ਦੀ। ਬੱਚੇ ਨਹੀਂ ਅਸੀਂ ਜ਼ਿਆਦਾ ਸਾਂਭਦੇ, ਕਿਉਂਕਿ ਬੱਚੇ ਔਖਾ ਬਹੁਤ ਕਰਦੇ ਆ। ਜੇ ਬਚ ਵੇ ਤਾਂ ਛੱਡਣਾ ਪੈਂਦਾ, ਬਹੁਤ ਔਖਾ ਜੀ ਉਹ, ਕਿਉਂਕਿ ਸਾਡੇ ਕੰਮ ਨਹੀਂ ਆਉਂਦਾ ਕਿਸੇ। ਤਾਂ ਜੇ ਬੱਚੀ ਆ, ਅਸੀਂ ਛੇਤੀ ਮਰ ਨਹੀਂ ਦਿੰਦੇ ਉਹਨੂੰ। ਅਸੀਂ ਬਹੁਤ ਪਿਆਰ ਨਾਲ ਬੱਚਿਆਂ ਨੂੰ ਪਾਲਦੇ ਹਾਂ, ਬਟ ਮਤਲਬ ਦਾ ਅਸੀਂ ਬਹੁਤ ਜ਼ਿਆਦਾ ਖਿਆਲ ਰੱਖਦੇ ਹਾਂ। ਉਹ ਬੱਚੀ ਨਹੀਂ ਛੇਤੀ ਮਰਨ ਦਿੰਦੇ, ਕਿਉਂਕਿ ਬੱਚੀ ਸਾਡੀ ਇੱਕ ਗਾਂ ਡੇਅਰੀ ਦਾ ਭਵਿੱਖ ਆ। ਬੱਚਿਆਂ ਨੂੰ ਅਸੀਂ ਪੁੱਛਦੇ ਨਹੀਂ। ਬੱਚੇ 'ਤੇ ਜੇ ਉਹਨੂੰ ਮੋਕ ਲੱਗ ਗਈ, ਅਸੀਂ ਦਵਾਈ ਵੀ ਨਹੀਂ ਦਿੰਦੇ। ਇੱਕ ਸਾਡੀ ਉਹਨਾਂ ਨਾਲ ਸੱਚ ਬੋਲ ਗਏ ਤੁਸੀਂ। ਅੱਛਾ, ਕਿਉਂਕਿ ਉਹ ਰੱਖੀਏ ਕਿ ਕਰੀਏ ਕਿ ਉਹਨਾਂ ਨੂੰ ਅਸੀਂ। ਹੋ ਸਕਦਾ ਕਿ ਉਹ ਵੀ ਜਦੋਂ ਬਲਦ ਬਣਦਾ ਬੰਦਾ ਵੇਚ ਸਕਦਾ ਉਹਨੂੰ ਵੀ। ਨਹੀਂ, ਉਹ ਵਿਕਦੇ ਨਹੀਂ ਜੀ, ਕਿਉਂਕਿ ਮਸ਼ੀਨੀ ਦਾ ਤਰੀਕਾ ਹੈਗਾ। ਬਲਦ ਕੋਈ ਰੱਖਦਾ ਨਹੀਂ ਗਾ। ਖੇਤੀ ਟਰੈਕਟਰ ਨਾਲ ਹੋਣ ਡਿਆ ਪਈ, ਉਹ ਬਲਦ ਨੂੰ ਕੋਈ ਸਾਂਭਦਾ ਨਹੀਂ। ਸੜਕਾਂ ਤੁਰੇ ਫਿਰਦੇ ਸਾਰੇ, ਉਹ ਫਿਰ ਲੋਕਾਂ ਦੇ ਵਿੱਚ ਐਕਸੀਡੈਂਟ ਦਾ ਕਾਰਨ ਬਣਦੇ ਆ। ਜਾਂ ਤਾਂ ਮੰਨ ਲਓ ਅਸੀਂ ਇੱਕ ਵਾਰੀ ਬਹੁਤ ਚਿਰ ਪਹਿਲਾਂ ਸਾਡੀ ਪਾਕਿਸਤਾਨ ਦੇ ਬੰਦੇ ਇੱਥੇ, ਉਹਨਾਂ ਨਾਲ ਮੀਟਿੰਗ ਹੋਈ ਸੀ। ਉਹ ਕਹਿੰਦੇ ਤੁਸੀਂ ਕਾਮਯਾਬ ਨਹੀਂ ਹੋ ਸਕਦੇ, ਕਿਉਂਕਿ ਸਾਡੇ ਉਹ ਬੱਚੇ ਖਾ ਜਾਂਦੇ ਆ। ਉਹ ਕਹਿੰਦੇ ਸਾਡੇ ਤਾਂ ਖਾਣ ਵਾਲਾ ਕੰਮ ਹੈ, ਤੁਸੀਂ ਕੀ ਕਰੋਗੇ? ਜਾਂ ਤਾਂ ਕੋਈ ਅਸੀਂ ਉੱਪਰ ਉੱਠ ਕੇ ਕੋਈ ਇੱਦਾਂ ਦਾ ਸਲੋਟਰ ਹਾਊਸ ਲੱਗਾ ਹੋਵੇ, ਅਸੀਂ ਵੀ ਬਾਹਰ ਨੂੰ ਕਰੀਏ। ਅਸੀਂ ਹੁਣ ਮਤਲਬ ਹੈਗੇ ਆ ਧਰਮ ਨਾਲ ਵੱਝੇ ਹੋਏ, ਅਸੀਂ ਇਹ ਕਰ ਨਹੀਂ ਸਕਦੇ।
ਅਸੀਂ ਇਹ ਕਰ ਨਹੀਂ ਸਕਦੇ। ਵੈਸੇ ਤਾਂ ਮੈਂ ਕਹੂੰਗਾ ਜਿਹੜੇ ਇਹ ਗਾਈਆਂ ਦੇ ਬੱਚੇ ਆ ਇਹ ਸਾਡੇ ਨੇਗੇ, ਇਹ ਤਾਂ ਅਸੀਂ ਬਾਹਰੋਂ ਇੱਕ ਨਸਲ ਲਿਆਂਦੀ ਆ ਦੁੱਧ ਲਈ। ਸਾਡੇ ਜਿਹੜੇ ਬੱਚੇ ਆ ਜੀ ਸਾਹਮਣੇ ਤਾਂ ਦੇਸੀ ਗਾਈਆਂ ਉਹ ਸਾਡੇ ਆ, ਉਹਨਾਂ ਨੂੰ ਅਸੀਂ ਨਾਗਰਿਕ ਇਹਨਾਂ ਨੂੰ ਸਾਨੂੰ ਵਰਤ ਲੈਣਾ ਚਾਹੀਦਾ ਹੈ ਜੇ ਹੋ ਸਕੇ ਤਾਂ। ਤੇ ਪਰ ਜੋ ਨਹੀਂ ਹੁੰਦੇ ਤਾਂ ਅਸੀਂ ਮਤਲਬ ਮੈਂ ਤੁਹਾਨੂੰ ਦੱਸਿਆ ਸਾਂਭਦੇ ਨਹੀਂ ਅਸੀਂ ਇਸੇ। ਜ਼ਿਆਦਾਤਰ ਕਿਸਾਨ ਗਾਵਾਂ ਨੂੰ ਹੀ ਕਿਉਂ ਚੁਣਦੇ, ਮੱਝਾਂ ਨੂੰ ਕਿਉਂ ਨਹੀਂ? ਬਹੁਤ ਘੱਟ ਕਿਸਾਨ ਨੇ ਜਿਹੜੇ ਮੱਝਾਂ ਦੀ ਚੋਣ ਕਰਦੇ। ਦੇਖੋ ਜੀ ਗਾਂ ਜਿਹੜੀ ਮੱਝ ਹੁਣ ਤਾਂ ਜਿਹੜੀ ਲੋਕਾਂ ਨੇ ਨਸਲ ਸੁਧਾਰ ਕਰਕੇ ਉਹ ਵੀ 20-22 ਕਿਲੋ 25 ਕਿਲੋ ਤੇ ਲੈ ਗਏ ਆ। ਆਮ ਮੱਝ ਪਹਿਲਾਂ ਜਿਹੜੀ ਸੀ ਉਹ 10-12 ਕਿਲੋ ਦੁੱਧ ਵੱਧ ਨਹੀਂ ਦਿੰਦੀ ਸੀ, ਔਰ ਸਾਲ 'ਚ ਤੁਹਾਨੂੰ 6 ਮਹੀਨੇ ਮੱਝ ਉੱਦੇ ਸਾਹਮਣੀ ਪੈਂਦੀ ਸੀ ਬਿਨਾਂ ਮਤਲਬ ਦੁੱਧ ਤੋਂ। ਇਹ ਜਿਹੜੀ ਅਫਰੀਕਨ ਗਾਂ ਆ ਜੀ, ਇਹਨੂੰ ਤੁਸੀਂ 2 ਮਹੀਨੇ ਰੈਸਟ ਦਿੰਦੇ ਆ, ਬਹੁਤ ਮੁਸ਼ਕਲ ਅਸੀਂ ਇਹਨੂੰ ਦੁੱਧ ਸੁਕਾਉਂਦੇ ਆ, ਦੁੱਧ ਨਹੀਂ ਸੁਕਾਉਂਦੀ, ਬੇਸ਼ੱਕ ਉੱਦਾਂ ਹੀ ਚੋਈ ਜਾਓ, ਇਹ ਹਟਦੀ ਨਹੀਂ। ਇਹ ਇੱਕ ਇਹਨਾਂ ਦਾ ਬੈਨੀਫਿਟ ਹੈ, ਮਤਲਬ ਦੁੱਧ ਹੀ ਨਹੀਂ ਸੁਕਾਉਂਦੀਆਂ, ਮਤਲਬ ਸਾਨੂੰ ਸਾਰਾ ਸਾਲ ਐਨ ਦੁੱਧ ਦੇ ਜਾਂਦੇ। ਸੂਣ ਤੋਂ 2 ਮਹੀਨੇ ਪਹਿਲਾਂ ਅਸੀਂ ਬਹੁਤ ਰੈਸਟ ਦਿੰਦੇ ਵੀ ਅਗਲੇ ਸੂਏ ਚੰਗਾ ਦੁੱਧ ਦੇਵੇ, ਬਹੁਤ ਟੀਕੇ ਲਾ ਕੇ ਸੁਕਾਉਂਦੇ, ਸੁਕਾਉਂਦੀਆਂ ਨਹੀਂ ਇਹ। ਅਤੇ ਮੱਝ ਤੁਹਾਨੂੰ ਸੂਣ ਤੋਂ ਬਾਅਦ 4-5 ਮਹੀਨੇ ਦੁੱਧ ਦੇ ਕੇ ਛੁੱਟੀ ਕਰ ਜਾਂਦੀ ਆ, ਤੇ ਤਾਂ ਲੋਕੀ ਮਤਲਬ ਮੱਝ ਨਹੀਂ ਰੱਖਦੇ ਉਹਦੇ ਜਿੱਦਾਂ ਹੈਗਾ। ਤੁਸੀਂ ਦੱਸਿਆ ਸੀਗਾ ਕਿ ਤੁਹਾਡੀ ਸ਼ੁਰੂਆਤ ਕੁਝ ਡੰਗਰਾਂ ਦੇ ਨਾਲ ਹੁੰਦੀ ਹੈ ਹਨਾ, ਔਰ ਜਦੋਂ ਅਸੀਂ ਖਰੀਦਦੇ ਹਾਂ ਅੱਜ ਕੱਲ੍ਹ ਬਹੁਤ ਮਹਿੰਗੇ ਹੋ ਗਏ ਪਸ਼ੂ ਵੀ, ਲੈਣਾ ਸੌਖੀ ਗੱਲ, 1.5 ਲੱਖ ਦੀ ਇੱਕ ਗਾਂ, 70-70 ਹਜ਼ਾਰ ਦੀ ਇੱਕ ਗਾਂ ਮਿਲਦੀ, ਜਿਹੜੀ ਚੰਗੀ ਗਾਂ ਰੱਖਣੀ ਹੋਵੇ ਤਾਂ ਤੁਹਾਡੇ ਇਸ ਫਾਰਮ ਦੇ ਵਿੱਚ ਕਿਹੜੀ ਸਭ ਤੋਂ ਮਹਿੰਗੀ ਆ? ਤਾਂ ਜਾਂ ਤੁਹਾਡੀ ਆਪਣੀ ਹੀ ਸਾਰੀਆਂ ਪਾਲੀਆਂ ਹੋਈਆਂ ਨੇ ਵੱਡੀਆਂ ਕਰ ਲਈਆਂ ਬੱਚੇ? ਦੇਖੋ ਜੀ ਅਸੀਂ ਮੈਂ ਜਿੱਦਾਂ ਕਿ ਤੁਹਾਨੂੰ ਦੱਸਿਆ ਅਸੀਂ 2008 ਤੋਂ ਮੋਰ ਕੋਈ ਪਸ਼ੂ ਨਹੀਂ ਖਰੀਦਿਆ, ਵੇਚਿਆ ਹੀ ਆ। ਸਾਡੇ ਲਈ ਤਾਂ ਸਾਰੀਆਂ ਮਹਿੰਗੀਆਂ ਅਸੀਂ ਆਪ ਦੀ ਤਿਆਰ ਕੀਤੀਆਂ। ਸਾਨੂੰ ਮਤਲਬ ਜਿੱਦਾਂ ਦੇਖੋ ਸਾਨੂੰ ਤਾਂ ਆਪ ਇਹ ਇੱਕ ਦਿਨ ਜਿੱਦਣ ਤੋਂ ਜਨਮਦੀ ਹੈ ਨਾ ਉੱਧਰ ਤੋਂ ਇਹਨਾਂ ਨੂੰ ਮਤਲਬ ਬੱਚਿਆਂ ਹੀ ਪਾਲਦੇ ਆ। ਜੇ ਅਸੀਂ ਕਈ ਵਾਰੀ ਵੇਚਦੇ ਨਾ ਅਗਲਾ ਸਾਨੂੰ ਪੈਸੇ ਦੇ ਕੇ ਜਾਂਦਾ, ਤਾਂ ਸਾਨੂੰ ਤਾਂ ਵੀ ਲੱਗਦਾ ਵੀ ਯਾਰ ਸਾਡੀ ਪਾਲੀ ਸੀ, ਸਾਡੇ ਨਾਲ ਲਗਾ ਸੀ ਇਹਨਾਂ, ਮਤਲਬ ਸਾਨੂੰ ਇਹਨਾਂ ਦਾ ਪਿਆਰ ਹੀ ਹੁੰਦਾ। ਅਤੇ ਮਤਲਬ ਸਾਡੇ ਤੋਂ ਸਾਰੀਆਂ ਸਾਡੇ ਲਈ ਤਾਂ ਬਹੁਤ ਵਧੀਆ ਹੈ। ਇੱਕ ਵਧੀਆ ਜਿਹੜੀ ਚੰਗੀ ਨਸਲ ਹੈ, ਕਿੰਨਾ ਪੈਸਾ ਇੱਕ ਨਸਲ ਤੁਹਾਨੂੰ ਵਟਾ ਕੇ ਜਾਂਦੀ ਹੈ? ਕਿੱਦਾਂ ਮਤਲਬ ਜਿਵੇਂ ਜਦੋਂ ਵੇਚਦੇ ਹੋ ਤੁਸੀਂ? ਚੰਗੀ ਨਸਲ ਦੀ ਗਾਂ ਮੈਂ ਅੱਗੇ ਦੱਸ ਰਿਹਾ, ਜਿੱਦਾਂ ਮਤਲਬ ਆਮ ਚੰਗੀ ਨਸਲ ਦੀ ਗਾਂ ਜਦੋਂ ਬੱਚੀ ਪਾਲਦੇ ਆ, ਲੱਖ ਤੋਂ 90,000 ਸਵਾ ਲੱਖ ਤੋਂ ਹੀ ਮਤਲਬ ਬੱਚੀ ਸੋਹਣੀ ਜਿਹੜੀ ਚੰਗੀ ਦਰਮਿਆਨੀ ਜਿਹੀ ਵਿਕ ਜਾਂਦੀ ਹੈ। ਇਹਦੇ ਉੱਪਰ ਵੀ ਹੈਗੇ ਆ, ਮਤਲਬ ਆਮ 70-80 ਹਜ਼ਾਰ ਤੋਂ ਆਮ ਹੀ ਵਿਕ ਜਾਂਦੀਆਂ। ਅਤੇ ਮਤਲਬ ਇਹ ਤੋਂ ਘੱਟ ਤਾਂ ਚਲੋ ਕੀ ਜੇ ਕੋਈ ਬਿਲਕੁਲ ਖਰਾਬ ਹੋ ਗਈ ਤਾਂ ਆਈਆਂ ਨੇ, ਤਾਂ ਨਹੀਂ ਜਿਹਦੇ ਕਈ ਵਾਰੀ ਇਹਨਾਂ ਦਾ ਕਿਸੇ ਦਾ ਥਣ ਮਰ ਜਾਂਦਾ, ਇਹਨੂੰ ਇੱਕ ਇਹ ਬਹੁਤ ਹੈ ਜੀ, ਜੇ ਇਹਨਾਂ ਦਾ ਇੱਕ ਮਸਟਾਈਟਸ ਨਾ ਹੁੰਦੀ ਹੋਵੇ ਇਹਨਾਂ ਗਾਂ ਨੂੰ ਅਤੇ ਬੁਖਾਰ ਨਾ ਚੜ੍ਹਦਾ ਹੋਵੇ, ਤਾਂ ਇਹਨਾਂ ਜਿੰਨੀ ਕਮਾਈ ਕਿਤੇ ਵੀ ਹੈ ਨਹੀਂ ਗੀ। ਇਹ ਦੋਏ ਚੀਜ਼ਾਂ ਇਹਨੂੰ ਲੈ ਜਾਂਦੀਆਂ। ਕਿਸੇ ਦਾ ਜ਼ਿਆਦਾ ਦੁੱਧ ਥਣ ਮਰ ਗਿਆ, ਕਿਸੇ ਦੀ ਉਹ ਮਤਲਬ ਉਹ ਬੁਖਾਰ ਹੋ ਕੇ ਕੋਈ ਮਰ, ਮਤਲਬ ਇੱਦਾਂ ਬਹੁਤ ਨਾ ਹੁੰਦਾ। ਮੰਗਲ ਸਿੰਘ ਹੋਣਾ ਦੀ ਜ਼ਿੰਦਗੀ ਇਹਨਾਂ ਦੇ ਆਉਣ ਨਾਲ ਕਿੰਨੀ ਕੁ ਬਦਲੀ? ਮੈਂ ਤੁਹਾਨੂੰ ਦੱਸਿਆ ਜੀ ਜ਼ਿੰਦਗੀ ਸਾਰੀ ਬਦਲੀ ਆ। ਅਸੀਂ ਪਹਿਲਾਂ ਪਿੰਡ ਭੱਜੇ ਫਿਰਦੇ, ਰਾਤ ਨੂੰ ਕਈ ਵਾਰ 12 ਵਜੇ ਆਉਣਾ, ਕੋਈ ਮਤਲਬ ਸਵੇਰ ਤੜਕੇ ਫਿਰ ਚਲ ਜਾਣਾ, ਕਦੀ ਮਤਲਬ ਕਿਸੇ ਬੰਦੇ ਉੱਧਰ ਪਾਣੀ ਮੋੜਦੇ, ਕਿਸੇ ਮਗਰ ਜਾ ਕੋਈ ਮੋਟਰ ਖੜੀ ਹੋ ਕਿਤੇ ਜਾ। ਹੁਣ ਇੱਥੇ ਰਹੀਦਾ ਜੀ, ਇੱਥੋਂ ਉਹ ਆਪਣਾ ਘਰ ਆ, ਉੱਥੋਂ ਉੱਠ ਕੇ ਛੱਡ ਜਾਈਦਾ, ਤੜਕੇ 4 ਵਜੇ ਉੱਠ ਕੇ ਇੱਥੋਂ ਬੰਦੇ ਤੋਂ ਠਾੜ ਕੇ ਫਿਰ ਆਪਦਾ ਨਹਾ ਧੋ ਕੇ ਨਿਤਨੇਮ ਕਰਕੇ ਗੁਰਦੁਆਰਾ ਜਾਏ ਜਾਂ ਕੋਈ ਮਤਲਬ ਆਹੀ ਆਪਣੀ ਜ਼ਿੰਦਗੀ ਮਤਲਬ ਇੱਥੇ ਬਹੁਤ ਮਤਲਬ। ਤੁਹਾਨੂੰ ਸ਼ਾਹ ਬਣਾਤਾ ਇਹਨਾਂ ਨੇ? ਚਲੋ ਬਹੁਤ ਵਧੀਆ ਜੀ, ਸ਼ਾਹ ਵੀ ਬਣਾਤਾ। ਮੈਂ ਤਾਂ ਤੁਹਾਨੂੰ ਦੱਸਿਆ ਸਾਨੂੰ ਲਿਮਿਟ ਦੀ ਕੋਈ ਲੋੜ ਨਹੀਂ, ਮਤਲਬ ਜਿੱਦਾਂ ਆਮ ਸਾਨੂੰ ਬੈਂਕਾਂ 'ਚ ਲਿਮਿਟਾਂ ਬਣਾਉਣੀਆਂ ਵੀ ਸਾਨੂੰ ਕੋਈ ਲੋੜ ਨਹੀਂ। ਸਾਨੂੰ ਅੱਜ ਪੈਸੇ ਚਾਹੀਦੇ, ਸਾਡੇ ਕੋਲ 1 ਰੁਪਈਆ ਨਹੀਂ ਗਾ ਬੈਂਕ ਬੈਲੈਂਸ, ਅੱਜ ਤਾਂ ਚਾਹੀਦੇ। ਸ਼ਾਮ ਨੂੰ ਮੈਂ ਮੇਰੇ ਕੋਲ 12-13 ਗਾਈਆਂ ਸੂਣ ਵਾਲੀਆਂ, ਮੈਂ ਸ਼ਾਮ ਨੂੰ 5-7 ਲੱਖ ਰੁਪਏ ਵੜ ਸਕਦਾ। ਬਹੁਤ ਖੂਬਸੂਰਤ ਹੈ। ਤੁਹਾਡੇ ਕੋਲ 50 ਏਕੜ ਜ਼ਮੀਨ ਹੈ, ਤੁਸੀਂ ਆਲੂ ਦੀ ਖੇਤੀ ਕਰਦੇ ਹੋ ਔਰ ਨਾਲ ਹੋਰ ਵੀ ਖੇਤੀ ਕਰਦੇ ਹੋ, ਅਤੇ ਉਹਦੇ 'ਚੋਂ ਤੁਹਾਨੂੰ ਕਿੰਨਾ ਕੁ ਮੁਨਾਫਾ? ਸਾਡੇ ਤੋਂ 50 ਏਕੜ ਜ਼ਮੀਨ ਆਪਣੀ ਨਹੀਂ ਜੀ, ਸਾਤੋਂ ਜ਼ਮੀਨ ਆਪਣੀ ਜਿਹੜੀ ਜਿਹਦੀ ਅਸੀਂ ਠੇਕਾ ਨਹੀਂ ਦਿਓ 12-15 ਕਿੱਲੇ ਆ, ਬਾਕੀ ਜਿਵੇਂ ਸਾਤੋਂ ਰੈਂਟ 'ਤੇ ਆ। ਉਹ ਇੱਦਾਂ ਹੁੰਦੀ ਜੀ ਜਿਹੜੀ ਅਸੀਂ, ਮੈਂ ਤੁਹਾਨੂੰ ਦੱਸਦਾ ਵੀ ਇੱਕ ਫਸਲ ਤਾਂ ਅਸੀਂ ਸਾਰੀ ਇਹਨਾਂ ਨੂੰ ਲਾਉਂਦੇ, ਇੱਕ ਝੋਨੇ ਦੀ ਫਸਲ ਆ ਕਿ ਸਾਡੇ ਖਰਚੇ ਕੁਝ ਨਿਕਲ ਜਾਂਦੇ ਆ। ਤੀਜੀ ਫਸਲ ਜਿੱਦਾਂ ਆਲੂਆਂ ਦੀ ਜਿਹੜੀ ਹੈ, ਆਲੂਆਂ ਦੀ ਫਸਲ ਇਹੋ ਜਿਹੀ ਹੈ, ਜੇ ਤੁਹਾਨੂੰ ਇਹ ਅੱਜ ਕਰੋੜਪਤੀ ਵੀ ਬਣਾ ਸਕਦੀ ਆ ਅਤੇ ਬਿਲਕੁਲ ਵੀ ਲੋੜ ਸਕਦੀ ਆ। ਮਤਲਬ ਜਿੱਦਾਂ ਇਹਨਾਂ ਅੱਜ ਰੇਟ ਜੇ 1000 ਰੁਪਏ ਬੋਰੀ ਹੈ ਤਾਂ ਕੱਲ੍ਹ ਨੂੰ 100 ਰੁਪਏ ਵੀ ਹੋ ਸਕਦਾ। ਇਹ ਰੇਟ 'ਤੇ ਆ, ਜੇ ਰੇਟ ਲੱਗ ਗਿਆ ਤਾਂ ਬਹੁਤ ਵਧੀਆ। ਨਹੀਂ ਪਿਛਲੇ ਸਾਲ ਬਹੁਤ ਵਧੀਆ ਵਿਕੇ, ਐਤਕੀ ਵੀ ਠੀਕ ਵਿਕਿਆ। ਉਦੋਂ 3 ਸਾਲ ਪਹਿਲਾਂ ਮਤਲਬ ਸਾਡੇ ਕੋਲ ਸਟੋਰ ਦੇ ਕਿਰਾਏ ਨਹੀਂ ਦੇ ਹੁੰਦੇ ਸੀ, ਜਿਹੜੇ ਅਸੀਂ ਇਹਨਾਂ ਤੋਂ ਦਿੰਦੇ ਸੀ, ਆਲੂਆਂ ਤੋਂ ਦਿੰਦੇ ਹੁੰਦੇ ਸੀ। ਅਤੇ ਇਹ ਮਤਲਬ ਇੰਨਾ ਸੀਗਾ ਵੀ ਘਾਟਾ ਸੀ ਉਸ 'ਚ, ਅਤੇ ਐਵਰੇਜ ਚੱਲੀ ਜਾਂਦਾ। ਮਤਲਬ ਜਿੱਦਾਂ ਦੋਏ ਰਲਾ ਕੇ ਦੋਏ ਕੰਬੀਨੇਸ਼ਨ ਬਹੁਤ ਵਧੀਆ ਹੈ। ਮਤਲਬ ਇਹਨਾਂ ਦਾ ਤਾਂ ਖੇਤੀ ਰਲ ਕੇ ਸਾਨੂੰ ਮਤਲਬ ਕੋਈ ਸਾਨੂੰ ਮਤਲਬ ਜ਼ਿੰਦਗੀ ਬਹੁਤ ਵਧੀਆ ਜੀ।
ਬਹੁਤ ਸਾਰੇ ਅਵਾਰਡ ਤੁਹਾਡੇ ਹਿੱਸੇ ਆਏ ਹੋਣੇ ਆ ਕਿਉਂਕਿ ਤੁਸੀਂ ਮੇਲਿਆਂ 'ਚ ਵੀ ਭਾਗ ਲੈਂਦੇ ਹੋ। ਉੱਥੇ ਜਾ ਕੇ ਜਦੋਂ ਪਸ਼ੂ ਪਾਲਣ ਨੂੰ ਜਾਂ ਪਸ਼ੂ ਵਾਲੇ ਮੇਲੇ ਹੁੰਦੇ ਨੇ, ਹੈ ਪਸ਼ੂਆਂ ਦੇ ਮੇਲੇ ਕਰਵਾਏ ਜਾਂਦੇ ਨੇ, ਤਾਂ ਉਹਨਾਂ ਦੇ ਵਿੱਚ ਤੁਹਾਡੇ ਅਵਾਰਡ ਹਿੱਸੇ ਆਏ ਤੁਹਾਡੇ ਵੀ? ਅਸੀਂ ਜੀ ਵੱਡੇ ਮੇਲੇ 'ਚ ਕਿਸੇ ਨਹੀਂ ਗਿਆ ਕਦੀ, ਜਦੋਂ ਦੂਰ ਆਪਣੇ ਪੀਡੀਐਫ ਲੱਗਦਾ ਅਸੀਂ ਦੂਰ ਮੰਨਦੇ ਹਾਂ। ਜਿੱਦਾਂ ਸਾਡੇ ਜ਼ਿਲ੍ਹਾ ਦੇ ਮੇਲੇ ਨਕੋਦਰ ਕਈ ਹੋਏ ਆ, ਜਡਿਆਲੇ ਹੋਏ ਆ, ਅਸੀਂ ਇਹਨਾਂ 'ਚ ਜਾਂਦੇ ਰਹੇ ਹਾਂ। ਸਾਡੇ ਉੱਥੇ ਦੁੱਧ ਦੇ ਵਿੱਚ ਵੀ ਸਾਡਾ ਪੋਜੀਸ਼ਨ ਸਾਨੂੰ ਮਿਲਦੀ ਰਹੀ ਆ, ਦੁੱਧ ਚੁਆਈ ਦੇ ਵਿੱਚ ਵੀ, ਬਰੀਡ ਵਿੱਚ ਵੀ ਮਿਲਦੀ ਰਹੀ ਆ ਸਾਨੂੰ। ਮਤਲਬ ਅਸੀਂ ਤਕਰੀਬਨ ਕਈ ਬੱਚੇ ਸਾਨੂੰ ਸਰਟੀਫਿਕੇਟ ਜਾਂ ਨਗਦ ਇਨਾਮ ਮਿਲਦੇ ਰਹਿ ਗਏ ਆ। ਜਿਵੇਂ ਤੁਸੀਂ ਦੱਸ ਰਹੇ ਕਿ ਤੁਹਾਨੂੰ ਦੁੱਧ ਚੁਆਈ ਦੀ ਸਭ ਤੋਂ ਬੈਸਟ ਤੁਹਾਡੀ ਫਾਰਮਿੰਗ ਦੇ ਵਿੱਚ ਇੱਥੇ ਕਿਹੜੀ ਉਹ ਨਸਲ ਹੈ ਜਿਹੜੀ ਵਧੀਆ ਦੁੱਧ ਦਿੰਦੀ ਹੈ ਔਰ ਤੁਹਾਨੂੰ ਉਹਨੇ ਸਰਟੀਫਿਕੇਟ ਵੀ ਬਥੇਰੇ ਦਿਵਾਏ? ਐਚਐਫ ਹੈ ਜੀ, ਸਭ ਤੋਂ ਵਧੀਆ ਐਚਐਫ ਹੀ ਇਹੀ ਵਧੀਆ ਦੁੱਧ ਦਿੰਦੀ ਆ। ਇਹਨਾਂ ਨੇ ਹੀ ਅਸੀਂ ਮਤਲਬ ਬਾਹਰ ਬਰੀਡ ਤੇ ਲੈ ਕੇ ਗਏ ਆ। ਮਤਲਬ ਇਹ ਸਭ ਤੋਂ ਵਧੀਆ ਇਹ ਹੈਗੀ ਆ ਮਤਲਬ ਜਿਹੜੀ ਨਸਲ। ਮੈਂ ਜਦੋਂ ਤੁਹਾਨੂੰ ਦੱਸਿਆ ਵੀ ਜੇ ਆਪਾਂ ਬਿਜ਼ਨਸ ਕਰਦੇ ਆ ਤਾਂ ਇਹ ਆ ਦੁੱਧ ਦੇ, ਨਹੀਂ ਉੱਦਾਂ ਮਤਲਬ ਬਾਕੀ ਜਿਹੜੀ ਆ ਸ਼ਾਹੀਵਾਲ ਜਿੱਦਾਂ ਉਹ ਅੱਜ ਡਾਕਟਰੀ ਲਾ ਲਓ ਜਾਂ ਕੋਈ ਕਿਸ ਤਰ੍ਹਾਂ ਮਤਲਬ ਉਹਦਾ ਦੁੱਧ ਜ਼ਰੂਰ ਮੰਨਦੇ, ਚਲੋ ਚੰਗਾ ਹੋ ਸਕਦਾ, ਪਰ 7-8 ਕਿਲੋ ਦੁੱਧ ਤੁਸੀਂ ਕੀ ਕਰੋਗੇ? ਮਤਲਬ ਉਹਨਾਂ ਤੁਹਾਡਾ ਤਾਂ ਖਰਚੇ ਪੂਰੇ ਨਹੀਂ ਹੁੰਦੇ। ਉਹਨਾਂ ਕਿਸਾਨ ਵੀਰਾਂ ਲਈ ਕੀ ਮੈਸੇਜ ਹੈ ਜਿਹੜੇ ਇੰਨੀ ਸੋਹਣੀ ਖੇਤੀ ਹੁੰਦੀ ਆ, ਉਹ ਚਲੋ ਉਹ ਨਾਲ ਚਾਹੁੰਦੇ ਕਿ ਇੱਕ ਸਹਾਇਕ ਧੰਦਾ ਕਰੀਏ, ਉਹਨਾਂ ਕੋਲ ਜ਼ਮੀਨ ਬਹੁਤ ਹੁੰਦੀ ਆ, ਉਹ ਆਪਣੀ ਜ਼ਮੀਨ 'ਤੇ ਕੁਝ ਵੀ ਬਣਾ ਸਕਦੇ ਨੇ, ਕੁਝ ਵੀ ਉਗਾ ਸਕਦੇ ਨੇ, ਔਰ ਜੇਕਰ ਚਾਹਣ ਤੁਹਾਡੇ ਤੋਂ ਕੁਝ ਸੇਧ ਲੈਣੀ ਹੋਵੇ ਕਿ ਫਾਰਮਿੰਗ ਕਰਨੀ ਬੈਸਟ ਹੈ, ਇਹ ਤੁਹਾਨੂੰ ਜ਼ਿੰਦਗੀ ਬਦਲ ਕੇ ਰੱਖ ਦਿੰਦੀ, ਉਹਨਾਂ ਲਈ ਕੋਈ ਮੈਸੇਜ? ਦੇਖੋ ਮੈਂ ਤਾਂ ਜਦੋਂ ਦੱਸਿਆ, ਜੇ ਬੰਦਾ ਇੱਧਰ ਆਉਂਦਾ ਤਾਂ ਉਹਨੂੰ ਮਿਹਨਤ ਕਰਨੀ ਪੈਣੀ ਹੈ, ਉਹਨੂੰ ਕੰਮ ਕਰਨਾ ਪੈਣਾ, ਤਾਂ ਉਸ ਵਕਤ 'ਤੇ ਉੱਠਣਾ ਪੈਣਾ, ਕਈ ਕੁਛ ਮਤਲਬ ਰਾਤ ਬਰਾਤੇ ਵੀ ਦੇਖਣਾ ਪੈਣਾ ਆ। ਅਤੇ ਮਤਲਬ ਫਿਰ ਅਸੀਂ ਮਤਲਬ ਤੁਹਾਨੂੰ ਸਾਰਾ ਕੁਛ ਮਿਹਨਤ ਕਰਨੀ ਪੈਣੀ ਹੈ। ਸਾਡੇ ਡਾਕਟਰ ਸਾਹਿਬ ਆ ਗਏ ਆ, ਉਹ ਸਾਡੇ ਮਤਲਬ ਸਾਡੀ ਚਲੋ ਹੈ ਤਾਂ ਸਰਕਾਰੀ ਨੌਕਰੀ ਵੀ ਕਰਦੇ, ਪਰ ਸਾਡੀ ਹੈਲਪ ਬੜੀ ਕਰਦੇ ਆ। ਮਤਲਬ ਇਹਨਾਂ ਜਦੋਂ ਮਰਜ਼ੀ ਰਾਤ ਨੂੰ ਵੀ ਸੱਦ ਲੈਂਦੇ ਹਾਂ, ਜਦੋਂ ਵੀ ਸਾਨੂੰ ਅਸੀਂ ਇਹਨਾਂ ਨੂੰ ਕਰਕੇ ਮਤਲਬ ਸਾਡਾ ਇਹ ਕਾਫੀ ਇਹਨਾਂ ਨੌਲੇਜ ਸਾਡਾ ਮਤਲਬ ਕਾਫੀ ਵਰਤਦੇ ਆ। ਅਤੇ ਜਿਹੜੀ ਮਤਲਬ ਕਿਸੇ ਵੀ ਜ਼ਿਮੀਂਦਾਰ ਨੇ, ਮੈਂ ਜਦੋਂ ਤੁਹਾਨੂੰ ਦੱਸਿਆ ਪਹਿਲਾਂ ਤਾਂ ਉਹਨੂੰ ਸ਼ੌਕ ਚਾਹੀਦਾ, ਸ਼ੌਕ ਨਾਲ ਧੰਦਾ ਹੁੰਦਾ ਜਾਂ ਮਜਬੂਰੀ ਨਾਲ ਹੁੰਦਾ। ਮਤਲਬ ਬੰਦਾ ਕੰਮ ਦੋ ਤਰ੍ਹਾਂ ਕਰਦਾ, ਜਾਂ ਤਾਂ ਉਹਨੂੰ ਸ਼ੌਕ ਹੋਵੇ ਜਾਂ ਮਜਬੂਰੀ ਹੋਵੇ, ਕਰਨਾ ਹੀ ਪੈਣਾ। ਅਤੇ ਜੇ ਮਤਲਬ ਜਿਹੜਾ ਚੰਗੀ ਖੇਤੀ ਕਰ, ਜੇ ਚੰਗੀ ਜ਼ਮੀਨ ਆਪਦੀ ਜੇ ਸ਼ੌਕ ਰੱਖਦਾ ਤਾਂ ਮਤਲਬ ਸਹਾਇਕ ਧੰਦਾ ਖੋਲ੍ਹਣਾ ਚਾਹੁੰਦਾ, ਸਹਾਇਕ ਧੰਦਾ ਇਹ ਤੋਂ ਵਧੀਆ ਨਹੀਂ ਹੈਗਾ ਹੋਰ ਕੋਈ। ਬਾਕੀ ਧੰਦੇ ਮਤਲਬ ਜਿੱਦਾਂ ਇਹ ਤੋਂ ਇਹ ਸਹਾਇਕ ਧੰਦਾ ਸਭ ਤੋਂ ਵਧੀਆ ਹੈ। ਬਹੁਤ ਸ਼ੁਕਰੀਆ ਤੁਸੀਂ ਸਾਨੂੰ ਸਮਾਂ ਦਿੱਤਾ ਹੈ, ਗੱਲਬਾਤ ਕੀਤੀ ਹੈ, ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ, ਤੁਸੀਂ ਸਾਡੇ ਫਾਰਮ 'ਤੇ ਆਏ ਸਾਡੀ, ਅਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸੀ। ਡੇਲੀ ਪੋਸਟ ਆ। ਸ਼ੁਕਰੀਆ ਜੀ। ਸੋ ਬਿਲਕੁਲ ਜੀ, ਇਹ ਸਨ ਸਾਡੇ ਨਾਲ ਸਰਦਾਰ ਮੰਗਲ ਸਿੰਘ ਹੋਣੀ, ਜਿਨ੍ਹਾਂ ਨੇ ਬਹੁਤ ਖੂਬਸੂਰਤ ਜਾਣਕਾਰੀ ਦਿੱਤੀ ਹੈ ਕਿ ਸਭ ਤੋਂ ਬੈਸਟ ਧੰਦਾ ਉਹਨਾਂ ਨੂੰ ਇਹ ਲੱਗਦਾ ਹੈ ਕਿ ਜੇਕਰ ਕਿਸਾਨ ਆਪਣੀ ਫਸਲ ਦੇ ਨਾਲ ਨਾਲ ਕੰਮਕਾਜ ਕਰਨਾ ਚਾਹੁੰਦੇ ਨੇ ਤਾਂ ਡੇਅਰੀ ਫਾਰਮਿੰਗ ਦਾ ਕੰਮ ਕਰ ਸਕਦੇ ਨੇ। ਔਰ ਜੇਕਰ ਤੁਸੀਂ ਜਾਣਕਾਰੀ ਲੈਣਾ ਵੀ ਚਾਹੁੰਦੇ ਹੋ, ਸ਼ੁਰੂ ਕਰਨਾ ਚਾਹੁੰਦੇ ਹੋ, ਤਾਂ ਵਾਕਈ ਤੁਹਾਡੇ PDF ਮੇਲੇ ਜਿੱਥੇ ਤੁਹਾਡੇ ਲਈ ਬਹੁਤ ਸਹਾਇਕ ਹੁੰਦੇ ਨੇ, ਉੱਥੇ ਤੁਸੀਂ ਇਹਨਾਂ ਕੋਲ ਵੀ ਆ ਕੇ ਜਾਣਕਾਰੀ ਲੈ ਸਕਦੇ ਹੋ, ਸਿੱਖਿਆ ਵੀ ਲੈ ਸਕਦੇ ਹੋ ਕਿਸ ਤਰੀਕੇ ਦੇ ਨਾਲ ਫਾਰਮਿੰਗ ਕੀਤੀ ਜਾਣੀ ਚਾਹੀਦੀ ਹੈ, ਔਰ ਤੁਸੀਂ ਲੱਖਾਂ ਕਮਾ ਕੇ ਆਪਣਾ ਸੋਹਣਾ ਗੁਜ਼ਾਰਾ ਕਰ ਸਕਦੇ ਹੋ। ਇਸ ਤਰ੍ਹਾਂ ਹੋਰ ਰੰਗ ਦੇ ਨਾਲ, ਹੋਰ ਸਫਲ ਕਿਸਾਨ ਦੇ ਨਾਲ ਫਿਰ ਤੋਂ ਮਿਲਵਾਉਣ ਲਈ ਹਾਜ਼ਰ ਜ਼ਰੂਰ ਹੋਵਾਂਗੇ। ਹੁਣ ਤੁਹਾਡੇ ਤੋਂ ਲਵਾਂਗੇ ਆਗਿਆ, ਸਹਿਯੋਗੀ ਕੇਵਲ ਕਮਲ ਦੇ ਨਾਲ ਮਨਦੀਪ ਕੌਰ ਸੰਧੂ। ਸਤਿ ਸ਼੍ਰੀ ਅਕਾਲ।